ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਵੱਖੋ ਵੱਖਰੇ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ। ਅੱਜ ਵੀ ਪ੍ਰੋਗਰਾਮ ਦੇ ਵਿੱਚ ਚਰਚਾ ਬੜੇ ਗੰਭੀਰ ਮਸਲਿਆਂ ਦੇ ਉੱਤੇ ਰਹਿਣੀ ਹੈ। ਗੱਲਬਾਤ ਅੱਜ ਨਵਜੋਤ ਸਿੰਘ ਸਿੱਧੂ ਨੇ ਜਦੋਂ ਤੋਂ ਕੱਲ ਦਾ ਆਪਣੇ ਘਰਾਂ ਦੇ ਉੱਤੇ ਝੰਡਾ ਲਹਿਰਾਇਆ, ਉਸ ਤੋਂ ਬਾਅਦ ਸਿਆਸੀ ਦੌੜ ਵੀ ਇਸ ਮਾਮਲੇ ਦੇ ਵਿੱਚ ਸ਼ੁਰੂ ਹੋ ਗਿਆ। ਵੱਖੋ ਵੱਖਰੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਇਸ ਤੋਂ ਬਾਅਦ ਸਾਫ਼ ਹੋਣ ਲੱਗੀਆਂ ਨੇ ਤੇ ਨਾਲ ਹੀ ਗੱਲਬਾਤ ਕਰਾਂਗੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਬਿਆਨ ਦੇ ਬਾਰੇ ਜੋ ਕਿਸਾਨਾਂ ਨੂੰ ਲੈ ਕੇ ਉਹਨਾਂ ਟਿੱਪਣੀ ਕੀਤੀ ਹੈ। ਗੱਲਬਾਤ ਹਰਿਆਣੇ ਦੀ ਸਰਕਾਰ ਦੇ ਬਾਰੇ ਵੀ ਕਰਾਂਗੇ, ਕਿਸਾਨਾਂ ਨੂੰ ਲੈ ਕੇ ਟਿੱਪਣੀ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਤੇ ਅੱਜ ਦਾ ਜੋ ਕਿਸਾਨਾਂ ਨੇ ਕਾਲਾ ਦਿਹਾੜਾ ਮਨਾਉਣਾ ਹੈ ਉਸ ਦੇ ਬਾਰੇ ਟਿੱਪਣੀ ਰਹੇਗੀ ਤੇ ਨਾਲ ਹੀ ਗੱਲਬਾਤ ਨਾਲ ਚੱਲਦੇ ਹੋਰ ਕਈ ਵੱਡੇ ਮਸਲਿਆਂ ਤੇ ਕਰਾਂਗੇ। 10 ਦੇ ਕਰੀਬ ਵਿਧਾਇਕਾਂ ਦੀ ਬੈਠਕ ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਹੋਈ ਹੈ ਤੇ ਇਸ ਤੋਂ ਇਹ ਸਾਫ਼ ਹੋਇਆ ਕਿ 27 ਤਰੀਕ ਵਾਲੀ ਬੈਠਕ ਕੋਈ ਬਹੁਤੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਹੁੰਦੀ ਨਜ਼ਰ ਨਹੀਂ ਆ ਰਹੀ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਸਿਆਸਤ ਦੇ ਵਿੱਚ ਕੀ ਬਣਦਾ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਨਵਜੋਤ ਸਿੰਘ ਸਿੱਧੂ ਦੇ ਵੱਲ ਲੈ ਕੇ ਚੱਲਾਂਗੇ। ਨਵਜੋਤ ਸਿੰਘ ਸਿੱਧੂ ਸਵੇਰੇ 9:30 ਵਜੇ ਦੇ ਕਰੀਬ ਝੰਡਾ ਲਹਿਰਾਉਂਦੇ ਨੇ, ਕਾਲੇ ਰੰਗ ਦਾ ਕਾਲਾ ਦਿਹਾੜਾ ਜਿਸ ਤਰ੍ਹਾਂ ਕਿਸਾਨਾਂ ਨੇ ਐਲਾਨ ਕੀਤਾ ਮਨਾਉਣ ਦਾ, ਤੇ ਉਸ ਤੋਂ ਬਾਅਦ ਵੱਖੋ ਵੱਖਰੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਸਿਮਰਜੀਤ ਬੈਂਸ ਵੀ ਉਸ ਦੇ ਵਿੱਚ ਸੀ। ਉਸ ਤੋਂ ਬਾਅਦ ਬਿਆਨ ਅਕਾਲੀ ਦਲ ਵਾਲੇ ਪਾਸੋਂ ਵੀ ਆਏ ਕਿ ਅਸੀਂ ਵੀ ਸਮਰਥਨ ਕਰਦੇ ਹਾਂ। ਕੀ ਲੱਗਦਾ ਹੈ ਇਸ ਤੋਂ ਪਹਿਲਾਂ ਸਿਆਸੀ ਲੋਕਾਂ ਨੂੰ ਯਾਦ ਨਹੀਂ ਸੀ, ਉਸ ਤੋਂ ਬਾਅਦ ਹੀ ਬਿਆਨਬਾਜ਼ੀ ਹੋਣੀ ਸ਼ੁਰੂ ਹੋਈ ਹੈ? ਦੇਖੋ, ਮੈਂ ਸੋਚਦਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਇਸ ਵਕਤ ਸਿਆਸਤ ਦਾ ਧੁਰ ਹੈ ਪੰਜਾਬ ਦੀ, ਔਰ ਪੰਜਾਬ ਦੀ ਸਾਰੀ ਸਿਆਸਤ ਹੈ ਜਿਹੜੀ ਉਹ ਨਵਜੋਤ ਸਿੰਘ ਸਿੱਧੂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਔਰ ਨਵਜੋਤ ਸਿੰਘ ਸਿੱਧੂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ, ਇੱਕ ਸਿਧਾਂਤਕ ਲੜਾਈ ਵੀ ਲੜ ਰਿਹਾ। ਠੀਕ ਹੈ, ਕੋਈ ਵੀ ਵਿਅਕਤੀ ਸੰਪੂਰਨ ਨਹੀਂ ਹੁੰਦਾ। ਰਾਜਨੀਤੀ ਦੇ ਵਿੱਚ ਗਲਤੀਆਂ ਨਵਜੋਤ ਸਿੰਘ ਸਿੱਧੂ ਤੋਂ ਵੀ ਹੋਈਆਂ ਨੇ, ਪਰ ਨਵਜੋਤ ਸਿੰਘ ਸਿੱਧੂ ਉਸ ਤਰ੍ਹਾਂ ਦਾ ਸਿਆਸਤਦਾਨ ਨਹੀਂ ਜਿਹੜਾ ਸਾਜ਼ਿਸ਼ਾਂ ਰਚਦਾ ਹੋਵੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੇ ਸੂਬੇ ਦਾ ਨੁਕਸਾਨ ਨਹੀਂ ਪਹੁੰਚਾਇਆ। ਨਵਜੋਤ ਸਿੰਘ ਸਿੱਧੂ ਦੀਆਂ ਗਲਤੀਆਂ ਨੇ ਖਜ਼ਾਨੇ ਦਾ ਨੁਕਸਾਨ ਨਹੀਂ ਪਹੁੰਚਾਇਆ। ਨਵਜੋਤ ਸਿੰਘ ਸਿੱਧੂ ਦੀਆਂ ਗਲਤੀਆਂ ਅਜਿਹੀਆਂ ਨਹੀਂ ਸੀ ਕਿ ਲੋਕਾਂ ਦੇ ਰੁਜ਼ਗਾਰ ਉਹਦੇ ਨਾਲ ਖੁੱਸ ਗਏ ਜਾਂ ਚੂਨਾ ਲੱਗ ਗਿਆ ਸਾਡੇ ਸੂਬੇ ਦੇ ਖਜ਼ਾਨੇ ਨੂੰ। ਸੋ ਨਵਜੋਤ ਸਿੰਘ ਸਿੱਧੂ ਦੀਆਂ ਪੋਲੀਟੀਕਲ ਮਿਸਟੇਕ ਸੀ, ਔਰ ਹਰ ਵਿਅਕਤੀ ਆਪਣੀਆਂ ਗਲਤੀਆਂ ਤੋਂ ਸਿੱਖਦਾ। ਅਸੀਂ ਆਪਣੀ ਜ਼ਿੰਦਗੀ 'ਚ ਕਿੰਨੀਆਂ ਗਲਤੀਆਂ ਕਰਦੇ ਹਾਂ, ਪਰ ਸਾਡੀ ਗਲਤੀ ਦਾ ਨੁਕਸਾਨ ਪੰਜਾਬ ਦੇ ਖਜ਼ਾਨੇ ਨੂੰ ਨਹੀਂ ਹੁੰਦਾ। ਉਹ ਗਲਤੀਆਂ ਹੁੰਦੀਆਂ ਨੇ ਜਦੋਂ ਕੋਈ ਮੰਤਰੀ ਹੋਵੇ, ਜਦੋਂ ਕੋਈ ਮੁੱਖ ਮੰਤਰੀ ਹੋਵੇ, ਤੇ ਉਹਦੀਆਂ ਗਲਤੀਆਂ ਦਾ ਨੁਕਸਾਨ ਇੱਕ ਸੂਬੇ ਨੂੰ ਝੱਲਣਾ ਪੈਂਦਾ ਹੈ, ਖਜ਼ਾਨੇ ਨੂੰ ਝੱਲਣਾ ਪੈਂਦਾ ਹੈ, ਸਾਡੇ ਸਿਸਟਮ ਨੂੰ ਝੱਲਣਾ ਪੈਂਦਾ ਹੈ। ਉਹ ਗਲਤੀਆਂ ਬਹੁਤ ਬਲੰਡਰ ਮਿਸਟੇਕਸ ਹੁੰਦੀਆਂ ਨੇ। ਹੁਣ ਨਵਜੋਤ ਸਿੰਘ ਸਿੱਧੂ ਦਾ ਜਿਹੜੀ ਮੈਂ ਗੱਲ ਕਰ ਰਿਹਾ ਕਿ ਉਹ ਸਿਆਸਤ ਦਾ ਧੁਰ ਹੈ। ਕੱਲ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰਾਂ ਤੇ ਝੰਡਾ ਲਹਿਰਾਇਆ। ਪਟਿਆਲੇ ਉਹ ਸੀ, ਉਹਨਾਂ ਦੀ ਧਰਮ ਪਤਨੀ ਸੀ ਨਵਜੋਤ ਕੌਰ ਸਿੱਧੂ, ਔਰ ਇਹ ਕਿਸਾਨਾਂ ਦੇ ਹੱਕ 'ਚ ਜਿਹੜਾ ਝੰਡਾ ਕੱਲ ਨਵਜੋਤ ਸਿੰਘ ਸਿੱਧੂ ਨੇ ਲਹਿਰਾਤਾ। ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਵਿੱਚ ਜਿਹੜੀ ਕਿਸਾਨੀ ਲਹਿਰ ਹੈ, ਜਿਹੜੀ ਇਸ ਖੇਤੀ ਕਾਨੂੰਨਾਂ ਦੇ ਅੰਦੋਲਨ 'ਚ ਰੁੱਝੀ ਹੋਈ ਹੈ, ਉਸ ਕਿਸਾਨੀ ਲਹਿਰ ਨੂੰ ਕੱਲ ਨਵਜੋਤ ਸਿੰਘ ਸਿੱਧੂ ਨੇ ਤਾਕਤ ਦੇਤੀ। ਗਗਨ, ਮੈਂ ਕਿਸਾਨ ਲੀਡਰ ਸੁਣਦਾ ਸੀ, ਸਾਡੇ ਬਹੁਤ ਕਿਸਾਨ ਲੀਡਰ ਪ੍ਰੈਸ ਕਾਨਫਰੰਸ ਕਰਦੇ ਸੀ ਕਿ ਉਹ ਨੌਜਵਾਨ ਆਗੂ ਨੂੰ ਅਸੀਂ ਸੱਦਾ ਮਾਰਤਾ, ਉਹ ਨੌਜਵਾਨ ਆਗੂ ਦਿੱਲੀ ਇਕੱਠ ਕਰੂਗਾ, ਉਸ ਤੋਂ ਬਾਅਦ ਦਿੱਲੀ 'ਚ ਇਕੱਠ ਹੋ ਜਾ ਕਰਨਾ ਹੈ। ਅਸਲ ਦੇ ਵਿੱਚ ਜਿਹੜੇ ਮਜੇ ਹੋਏ, ਜਿਨ੍ਹਾਂ ਕੋਲੇ ਸਿਧਾਂਤ ਹੈ, ਵਿਜ਼ਨ ਹੈ, ਜਿਹੜੇ ਡਰਦੇ ਨਹੀਂ। ਮੈਂ ਦੇਖਦਾ ਸੀ ਸਾਡੇ ਕਈ ਨੌਜਵਾਨ ਆਗੂ ਤਾਂ ਗ੍ਰਿਫਤਾਰੀਆਂ ਤੋਂ ਹੀ ਡਰੀ ਜਾਂਦੇ। ਮੈਂ ਅੱਗੇ ਵੀ ਕਹਿੰਦਾ, ਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਸਮਝੌਤਾ ਕਰ ਜਾਂਦੇ ਬ੍ਰਿਟਿਸ਼ ਸਾਮਰਾਜ ਦੇ ਨਾਲ, ਤੇ ਅੱਜ ਅਸੀਂ ਆਜ਼ਾਦ ਨਹੀਂ ਸੀ ਹੋਣਾ। ਸੋ ਅਸੀਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ, ਅਸੀਂ ਇਹਨਾਂ ਸਾਰੇ, ਇਹ ਸਾਡੀ ਪੂੰਜੀ ਨੇ ਸਾਰੇ ਲੋਕ, ਅਸੀਂ ਇਹਨਾਂ ਤੋਂ ਸੇਧ ਲੈਂਦੇ ਹਾਂ। ਸੋ ਸਾਡੇ ਕਈ ਨੌਜਵਾਨ ਲੀਡਰ ਮੈਂ ਦੇਖਦਾ, ਜੇ ਪਰਚਾ ਦੇਤਾ ਦਿੱਲੀ ਦੀ ਪੁਲਿਸ ਨੇ ਤੇ ਗ੍ਰਿਫਤਾਰੀ ਦਿਓ, ਕਿਤੇ ਲੁਕਣ ਦੀ ਲੋੜ ਨਹੀਂ। ਤੁਸੀਂ ਨਹੀਂ ਵੀ ਲੁਕੇ, ਕਿਤੇ ਵਿਚਰ ਰਹੇ ਹੋ, ਉਹਦੀਆਂ ਜ਼ਰੂਰਤਾਂ ਨਹੀਂ। ਅਗਰ ਕਿਸਾਨਾਂ ਲਈ ਅੰਦੋਲਨ ਦਾ ਤੁਸੀਂ ਦਮ ਭਰਦੇ ਹੋ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹਾਂ, ਤੇ ਫਿਰ ਗ੍ਰਿਫਤਾਰੀ ਦਾ ਕਾਹਦਾ ਡਰ? ਸੋ ਡਰਨਾ ਨਹੀਂ ਚਾਹੀਦਾ। ਸੋ ਮੈਂ ਉਹੀ ਗੱਲ ਸਿੱਧੂ ਦੀ ਕਹਿ ਰਿਹਾ ਕਿ ਸਿੱਧੂ ਨੇ ਸ਼ਰੇਆਮ ਕੱਲ ਆਪਣੇ ਅੰਮ੍ਰਿਤਸਰ ਵਾਲੇ ਘਰ 'ਚ ਝੰਡਾ ਲਹਿਰਾਇਆ। ਔਰ ਦੇਖੋ, ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਅੰਮ੍ਰਿਤਸਰ ਵਾਲੇ ਘਰ ਦੀ ਜ਼ਿੰਮੇਵਾਰੀ ਚੱਕੀ। ਅੰਮ੍ਰਿਤਸਰ ਵਾਲੇ ਘਰ 'ਚ ਰਾਬੀਆ ਸਿੱਧੂ ਨੇ, ਅਸੀਂ ਦੇਖਿਆ, ਬਨੇਰੇ ਤੇ ਖੜੀ ਹੋ ਕੇ ਉਸ ਧੀ ਨੇ ਝੰਡਾ ਲਹਿਰਾਤਾ ਉੱਥੇ। ਦੇਖੋ, ਇਹ ਵੀ ਇੱਕ ਨੌਜਵਾਨਾਂ ਨੂੰ, ਸਾਡੀਆਂ ਬੱਚੀਆਂ ਕੁੜੀਆਂ ਨੂੰ ਪ੍ਰੇਰਨਾ ਦੇਣ ਵਾਲੀ ਗੱਲ ਹੈ ਵੀ ਜਦੋਂ ਅਸੀਂ ਕਿਸੇ ਮਿਸ਼ਨ ਤੇ, ਦੇਖੋ, ਰੋਸ ਪ੍ਰਗਟ ਕਰਨਾ ਇੱਕ ਸੰਵਿਧਾਨਕ ਹੱਕ ਹੈ। ਔਰ ਮੈਂ ਵਕੀਲ ਦੇਖਦਾ, ਵਕੀਲ ਮੋਢਿਆਂ ਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕਰਦੇ ਨੇ। ਅਸੀਂ ਪੱਤਰਕਾਰ ਕਈ ਵਾਰੀ ਕਾਲੇ ਰਿਬਨ ਲਾ ਦਿੰਦੇ ਹਾਂ, ਅਸੀਂ ਲਾ ਲੈਂਦੇ ਹਾਂ।
ਸਾਡੇ ਸਰਕਾਰੀ ਮੁਲਾਜ਼ਮ ਨੇ ਕਾਲੇ ਰਿਬਨ ਲਾ ਲੈਂਦੇ ਨੇ, ਬੀਜੇਪੀ ਵਾਲਿਆਂ ਨੇ ਵੀ ਕਈ ਵਾਰੀ ਕਾਲੇ ਬਿੱਲੇ ਲਾ ਕੇ ਪ੍ਰੋਟੈਸਟ ਕੀਤਾ ਹੋ, ਕਾਂਗਰਸ ਨੇ ਵੀ ਕੀਤਾ ਹੋ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕੀਤਾ ਹੋ। ਇਹ ਇਕੱਲਾ ਕਿਸਾਨ ਨਹੀਂ ਕਰ ਰਹੇ ਕਾਲੇ ਝੰਡੇ ਲਾ ਕੇ। ਮੈਂ ਦੇਖਦਾ ਬੀਜੇਪੀ ਦੇ ਕਈ ਲੀਡਰ ਵਿਰੋਧ ਕਰ ਰਹੇ ਨੇ ਵੀ ਕਾਲੇ ਝੰਡਿਆਂ ਦਾ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ, ਰੋਸ ਡੈਮੋਕ੍ਰੈਟਿਕ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਾ ਚਾਹੀਦਾ। ਕੱਲ ਦੇ ਅੱਜ ਦਾ ਜਿਹੜਾ ਰੋਸ ਹੈ ਉਹ 'ਚ ਹਿੰਸਾ ਕੋਈ ਨਹੀਂ ਹੋਣੀ, ਹਿੰਸਾ ਹੋਣੀ ਵੀ ਨਹੀਂ ਚਾਹੀਦੀ, ਕਿਸੇ ਨੂੰ ਜ਼ਬਰਦਸਤੀ ਰੋਕਣ ਦੀ ਲੋੜ ਨਹੀਂ। ਆਪਣੀ ਮਰਜ਼ੀ ਨਾਲ ਜਿਹਦੀ ਸ਼ਰਧਾ ਹੈ ਘਰਾਂ ਤੇ ਕਾਲੇ ਝੰਡੇ ਲਾਓ ਔਰ ਕਾਲੇ ਝੰਡੇ ਲਾ ਕੇ ਆਪਣੇ ਰੋਸ ਦਾ ਹਿੱਸਾ ਬਣੋ। ਕਾਰਾਂ ਤੇ ਲਾਓ, ਟਰੱਕਾਂ ਤੇ ਲਾਓ, ਘਰਾਂ ਦੇ ਦਰਵਾਜ਼ਿਆਂ ਤੇ ਲਾਓ, ਗੇਟ ਤੇ ਲਾਓ, ਦੁੱਧ ਵਾਲੇ ਢੋਲ ਤੇ ਲਾਓ, ਟਰੈਕਟਰ ਤੇ ਲਾਓ, ਟਰਾਲੀ ਤੇ ਲਾਓ, ਹਲ ਤੇ ਲਾਓ, ਬਲਦਾਂ ਤੇ ਲਾਓ, ਜਿਹੜੇ ਵੀ ਸਾਡੇ ਜੀ ਨੇ ਘਰ ਦੇ, ਅਸੀਂ ਆਪਣੇ ਮੋਢਿਆਂ ਤੇ ਲਾਓ। ਕਿਤੇ ਵੀ ਸੋਟੀ ਨਾਲ ਕਾਲਾ ਝੰਡਾ ਤੁਸੀਂ ਬੰਨ੍ਹ ਕੇ ਸੰਕੇਤਕ ਸ਼ਾਂਤੀਪੂਰਵਕ ਰੋਸ ਦਾ ਪ੍ਰਗਟਾਵਾ ਕਰ ਸਕਦੇ ਹੋ। ਉਹ ਸਾਡਾ ਕਾਨੂੰਨੀ ਹੱਕ ਹੈ, ਡੈਮੋਕ੍ਰੈਟਿਕ ਰਾਈਟ ਹੈ। ਸ਼ਾਂਤੀਪੂਰਵਕ ਰੋਸ ਵਿਅਕਤ ਕਰਨ ਦਾ ਹੱਕ ਹੈ ਹਰ ਕਿਸੇ ਵਿਅਕਤੀ ਨੂੰ। ਹੁਣ ਜੋ ਕੰਮ ਸਿੱਧੂ ਨੇ ਕੱਲ ਕਰਤਾ ਉਹਦਾ ਅਸਰ ਬਹੁਤ ਹੋਇਆ ਪੰਜਾਬ 'ਚ। ਔਰ ਅੱਜ ਮੈਂ ਸਵੇਰ ਦਾ ਗਗਨ ਦੇਖੋ, ਕੱਲ ਸਵੇਰ ਦਾ ਦੇਖ ਰਿਹਾ ਸੀ, ਅੱਜ ਤੱਕ ਵੀ ਹਜੇ ਅਸੀਂ ਤੜਕਸਾਰ ਬੈਠੇ ਹਾਂ, ਤਾਂ 2-2:30 ਵਜੇ ਰਾਤ ਦੇ। ਕੱਲ ਸਵੇਰ ਦਾ ਮੈਂ ਦੇਖ ਰਿਹਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਝੰਡਾ ਲਹਿਰਾਇਆ ਤੇ ਉਸ ਤੋਂ ਬਾਅਦ ਕਈ ਲੀਡਰਾਂ ਨੇ ਹਿੰਮਤ ਕੀਤੀ, ਸਿਮਰਜੀਤ ਬੈਂਸ ਨੇ ਹਿੰਮਤ ਕੀਤੀ, ਡਾਕਟਰ ਧਰਮਵੀਰ ਗਾਂਧੀ ਦਾ ਵੀ ਬਿਆਨ ਆਇਆ, ਅਕਾਲੀ ਦਲ ਦਾ ਬਿਆਨ ਆਇਆ ਵੀ ਅਸੀਂ ਵੀ ਕੱਲ, ਅਕਾਲੀ ਦਲ ਨੇ ਸਾਰੇ ਵਰਕਰਾਂ ਨੂੰ ਕਹਿਤਾ ਤੁਸੀਂ ਵੀ ਕੱਲ ਸਾਰੇ ਕਾਲੇ ਝੰਡੇ ਲਹਿਰਾਓ। ਸੋ ਅੱਜ ਜਿਹੜੀ ਸਵੇਰ ਹੋਣੀ ਹੈ ਹੁਣ ਤੋਂ ਥੋੜੇ ਘੰਟਿਆਂ ਬਾਅਦ, ਅੱਜ ਸਵੇਰ ਨੂੰ ਪੂਰੇ ਪੰਜਾਬ 'ਚ ਕੀ ਜਿੱਥੇ ਦੁਨੀਆ 'ਚ ਪੰਜਾਬੀ ਹੈ ਗਗਨ, ਮੈਨੂੰ ਲੱਗਦਾ ਉਹ ਕਾਲਾ ਝੰਡਾ ਲਹਿਰਾਊਗਾ ਰੋਸ ਪ੍ਰਗਟ ਕਰਨ ਦੇ ਲਈ। ਜੀ, ਸਾਡੀ ਸਰਕਾਰ ਦੇ ਨਾਲ ਸਾਡੀ ਦੁਸ਼ਮਣੀ ਨਹੀਂ ਕੋਈ, ਆਪਣੀ ਹੀ ਸਰਕਾਰ ਹੈ, ਪਰ ਇਹ ਮੰਗ ਹੈ ਸ਼ਾਂਤੀਪੂਰਵਕ ਕਿ ਸਰਕਾਰ ਕਿਉਂ ਨਹੀਂ ਇਸ ਪਾਸੇ ਧਿਆਨ ਦੇ ਰਹੀ। ਕਿੱਡੀਆਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਉਹਨਾਂ ਕੋਲੇ ਕਿੰਨੇ ਉਹਨਾਂ ਕੋਲੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਨੇ ਜਿਹੜੇ ਉਹਨਾਂ ਨੂੰ ਸਾਰੀ ਗੱਲ ਸਮਝਾਉਂਦੇ ਨੇ ਵੀ ਕਿੰਨਾ ਜ਼ਰੂਰੀ ਹੈ ਕਿਸਾਨਾਂ ਦੇ ਮਸਲੇ ਨੂੰ ਨਿਬੇੜਨਾ। ਔਰ ਸਿੱਧੂ ਦੀ ਗੱਲ ਇਸ ਕਰਕੇ ਹੋ ਰਿਹਾ ਵੀ ਸਿੱਧੂ ਨੇ ਇੱਕ ਰਾਜਨੀਤਿਕ ਅਗਵਾਈ ਦਿੱਤੀ, ਮੈਨੂੰ ਲੱਗਦਾ ਕਿਸਾਨ ਅੰਦੋਲਨ ਨੂੰ ਵੀ ਸਿੱਧੂ ਨੇ ਇੱਕ ਅਗਵਾਈ ਦਿੱਤੀ, ਕਿਸਾਨ ਅੰਦੋਲਨ ਨੂੰ ਵੀ, ਔਰ ਪੰਜਾਬ ਦੀਆਂ ਦੂਜੀਆਂ ਲੀਡਰਸ਼ਿਪ ਨੂੰ ਦੱਸਤਾ ਵੀ ਇਸ ਤਰ੍ਹਾਂ ਕਿਸਾਨਾਂ ਦਾ ਸਾਥ ਦਈਦਾ ਅੰਦੋਲਨ 'ਚ ਅੱਗੇ ਹੋ ਕੇ। ਔਰ ਦੇਖੋ ਗੱਲਾਂ ਦੋ ਹੋਰ ਵੀ ਨੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਇਸ ਵਕਤ ਲਹਿਰ ਹੈ ਪੰਜਾਬ 'ਚ, ਵੇਵ ਹੈ ਨਵਜੋਤ ਸਿੰਘ ਸਿੱਧੂ ਦੀ। ਜਦੋਂ ਜਿਸ ਵਿਅਕਤੀ ਦੀ ਵੇਵ ਹੁੰਦੀ ਹੈ ਨਾ ਜੀ, ਉਹ ਕੋਈ ਵੀ ਕੰਮ ਕਰਦਾ ਤੇ ਸਾਰੇ ਉਸ ਵੇਵ ਦੇ ਪਿੱਛੇ ਚੱਲਦੇ ਨੇ। ਸਿੱਧੂ ਨੇ ਝੰਡਾ ਲਹਿਰਾਇਆ, ਤੁਸੀਂ ਦੇਖਿਓ ਅੱਜ ਤੜਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਝੰਡੇ ਲਹਿਰਾ ਕੇ ਟਵਿੱਟਰ, ਫੇਸਬੁੱਕ, ਵਟਸਐਪ ਭਰ ਦੇਣੇ ਆ, YouTube ਵੀ ਵਿੱਚ ਹੀ ਸਾਰੇ ਭਰ ਦੇਣੇ ਝੰਡਿਆਂ ਦੀਆਂ ਤਸਵੀਰਾਂ ਦੇ ਨਾਲ ਆਪਣਾ ਰੋਸ ਪ੍ਰਗਟ ਕਰਨ ਦੇ ਲਈ। ਔਰ ਕਿਸਾਨ ਅੰਦੋਲਨ ਨੂੰ ਵੀ ਸਿੱਧੂ ਦੀ ਕੱਲ ਦੀ ਇਸ ਕਾਰਵਾਈ ਤੋਂ ਬਾਅਦ ਬਹੁਤ ਵੱਡੀ ਤਾਕਤ ਮਿਲੀ ਹੈ। ਔਰ ਕਿਸਾਨ ਅੰਦੋਲਨ 'ਚ ਦੂਰ ਤੱਕ ਸੁਨੇਹਾ ਗਿਆ ਕਿ ਅਸੀਂ ਸ਼ਾਂਤੀਪੂਰਵਕ ਹੈ ਜਿਹੜਾ ਕਾਲੀਆਂ ਝੰਡੀਆਂ ਲਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰਨਾ ਹੈ। ਔਰ ਹੋਰ ਤਾਂ ਹੋਰ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੇ ਵੀ ਕਈ ਬਿਆਨ ਦਿੱਤੇ ਹੈ। ਔਰ MP ਨੇ ਜਿਹੜੇ ਅੰਮ੍ਰਿਤਸਰ ਵਾਲੇ ਨੇ, ਮਾਫ ਕਰਨਾ, ਇੱਕ ਹੋਰ MP ਨੇ, ਅਗਰ ਤੁਸੀਂ ਨਾਮ ਦੱਸੋ, ਹਾਂ, ਜਿਹੜੇ ਧਰਨੇ 'ਚ ਬੈਠੇ ਹੋਏ ਸੀ ਪਟਿਆਲੇ, ਡਿੰਪਾ ਉਹਨਾਂ ਦਾ ਵੀ ਇਹਦੇ ਤੇ ਬਿਆਨ ਆਇਆ। ਇੱਕ ਵਾਰੀ ਸੁਣਾ ਵੀ ਦਿਓ ਗਗਨ ਇਹਨਾਂ ਦੋਨਾਂ ਲੀਡਰਾਂ ਦੀ ਗੱਲ। ਦੇਖੋ, ਕਾਲੇ ਝੰਡੇ ਚੜਾਉਣ ਦੇ ਗੱਲ ਸਾਰੇ ਪੰਜਾਬ ਨੂੰ ਕਾਲੇ ਝੰਡੇ ਚੜਾਉਣੇ ਚਾਹੀਦੇ ਹੈਗੇ ਆ। ਅਸੀਂ ਵੀ ਕਾਲਾ ਝੰਡਾ ਚੜਾਵਾਂਗੇ ਹੁਣੇ ਬਹੁਤ ਜਲਦੀ। ਤੇ ਜੋ ਮਤਲਬ ਸਰਕਾਰ ਦੀ ਬੇਰੁਖੀ ਹੈਗੀ, ਜੋ ਅਸੰਵੇਦਨਸ਼ੀਲਤਾ ਹੈਗੀ ਕਿਸਾਨੀ ਦੀਆਂ ਮੰਗਾਂ ਪ੍ਰਤੀ, ਔਰ ਜਿੱਦਾਂ ਦੇ ਬਿੱਲ ਹੈ ਕਾਲੇ ਇਹ ਜਿਹੜੇ ਕਿਸਾਨੀ ਦੇ ਧੰਦੇ ਨੂੰ ਬਿਲਕੁਲ ਹੀ ਚੌਪਟ ਕਰ ਦੇਣਗੇ ਤੇ ਸਾਰੇ ਕਿਸਾਨੀ ਖੇਤਰ ਨੂੰ ਸਰਮਾਏਦਾਰਾਂ ਦੀ ਜਿਹੜੇ ਕਾਰਪੋਰੇਟ ਘਰਾਣੇ ਹੈ, ਇਸ ਮਤਲਬ ਭਾਜਪਾ ਦੇ ਜਿਹੜੇ ਮਤਲਬ ਫਾਈਨੈਂਸਰ ਹੈਗੇ ਅਬਾਨੀ ਅਡਾਨੀ, ਉਹਨਾਂ ਦੇ ਮਤਲਬ ਰਹਿਮੋ ਕਰਮ 'ਤੇ ਜਾਂ ਉਹਨਾਂ ਦੇ ਵਿੱਚ ਕੋਲ ਮਤਲਬ ਗਹਿਣੇ ਰੱਖ ਰਹੀ ਹੈ ਸਾਰੀ ਕਿਸਾਨੀ ਦੇ ਹਿੱਤਾਂ ਨੂੰ। ਅਤੇ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈਗੀ ਆ, ਔਰ ਜਿੰਨਾ ਇਸ ਮਾਮਲੇ 'ਚ ਵਿਰੋਧ ਪ੍ਰਗਟਾਇਆ ਜਾਵੇ ਉਹ ਘੱਟ ਹੈਗਾ। ਸਿੱਧੂ ਸਾਹਿਬ ਨੇ ਬਿਲਕੁਲ ਠੀਕ ਕੀਤਾ ਹੈਗਾ ਕਿ ਇੱਕ ਸਿਆਸੀ ਲੀਡਰ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਵੀ ਬਣਦਾ ਸੀ, ਉਹਨਾਂ ਫਰਜ਼ ਨਿਭਾਇਆ ਵੀ ਹੈਗਾ। ਸਾਡਾ ਵੀ ਫਰਜ਼ ਬਣਦਾ ਸਭ ਦਾ ਕਿ ਆਪਾਂ ਜੋ ਕਿਸਾਨੀ ਸੰਘਰਸ਼ ਨਾਲ ਜੋ ਸਰਕਾਰ ਦਾ ਨਜ਼ਰੀਆ ਹੈਗਾ, ਜੋ ਰਵੱਈਆ ਹੈਗਾ, ਜੋ ਧੱਕਾ ਕਰ ਰਹੀ ਹੈ ਕਿਸਾਨਾਂ ਦੇ ਨਾਲ, ਔਰ ਜੋ ਉਹਨਾਂ ਦੇ ਇੰਨੇ ਮਹਾਂਮਾਰੀ ਦੇ ਦੌਰਾਨ ਵੀ ਉਹਨਾਂ ਦੀ ਮੰਗਾਂ ਬਾਰੇ ਜੋ ਕੇਸਰ ਵੱਟੀ ਬੈਠੀ ਹੈਗੀ ਹੈ, ਉਹ ਸਰਕਾਰ ਦੀ ਕੁੰਭ ਕਰਨੀ ਨੀਂਦ ਟੁੱਟਣੀ ਚਾਹੀਦੀ ਹੈਗੀ ਹੈ। ਔਰ ਸਮੁੱਚੇ ਪੰਜਾਬ ਨੂੰ ਇੱਕ ਵਾਰ ਫਿਰ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ, ਜਿੱਥੇ ਵੀ ਸੰਭਵ ਹੋਵੇ ਉੱਧਰ ਬਹੀਰਾਂ ਕੱਤਣੀਆਂ ਚਾਹੀਦੀਆਂ ਹੈਗੀਆਂ ਪ੍ਰੀਕਾਸ਼ਨ ਦੇ ਨਾਲ। ਜੋ ਜਿਹੜੀਆਂ ਸਾਵਧਾਨੀਆਂ ਹੈਗੀਆਂ ਕੋਵਿਡ ਦੇ ਬਾਰੇ, ਉਹਨਾਂ ਨੂੰ ਅਪਣਾਉਂਦੇ ਹੋਏ ਕਿਸਾਨਾਂ ਨੂੰ ਆਪਣਾ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਹੈ। ਕਾਲਾ ਝੰਡਾ ਲਾਉਣਾ ਕਿਸਾਨ ਦੇ ਮਦਦ ਵਾਸਤੇ, ਇਹਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮਦਦ ਨਹੀਂ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ, ਮੈਂ ਦੁਬਾਰਾ ਕਹਿ ਦਿੰਦਾ ਕਿ ਉਹਨਾਂ ਨੇ ਬਿਲਕੁਲ ਮਨਾ ਨਹੀਂ ਕੀਤਾ ਵੀ ਕਾਲਾ ਝੰਡਾ ਨਾ ਲਾਓ। ਤਾਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੀ ਮਦਦ ਲਈ ਲਾਇਆ, ਚੰਗੀ ਗੱਲ ਹੈ। ਤੇ ਮੈਂ ਸਮਝਦਾ ਕਿ ਜੇ ਇਹ ਜਿਹੜਾ ਵੀ ਬੰਦਾ ਕੋਈ ਵੀ ਹੈ ਜਿਹੜਾ ਕਿਸਾਨ ਦੀ ਮਦਦ ਦਾ ਐਲਾਨ ਕਰਦਾ, ਜੀ ਆਇਆਂ ਨੂੰ ਉਹਦਾ ਅਸੀਂ ਸਵਾਗਤ ਕਰਦੇ। और कह रहा है देखिए इन पंजाबी ਵੇਖੋ, ਜਿਹੜਾ ਕਿਸਾਨ ਹੈ ਨਾ, ਉਹ ਬਿਲਕੁਲ ਇਸ ਗੱਲ ਨੂੰ ਜਾਣਦਾ ਕਿ ਕਿਸਾਨ ਦਾ ਮਦਈ ਕੌਣ, ਕਿਸਾਨ ਦੀ ਚੰਗਾ ਕੌਣ ਸੋਚਦਾ, ਕਿਸਾਨ ਦੀ ਔਖੇ ਵੇਲੇ ਮਦਦ ਕੌਣ ਕਰਦਾ। ਉਹ ਕਾਂਗਰਸ ਪਾਰਟੀ ਹੈ, ਉਹ ਰਾਹੁਲ ਜੀ, ਉਹ ਪ੍ਰਿੰਕਾ ਜੀ, ਉਹ ਕੈਪਟਨ ਸਾਹਿਬ ਦੀ ਹਰ ਗੱਲ ਦੇ ਉੱਤੇ ਜਿਹੜਾ ਵਾ ਕਿਸਾਨ ਜਿਹੜਾ ਉਸ ਨੂੰ ਮੰਨਦਾ, ਉਹਨਾਂ ਸਹਿਮਤ ਹੁੰਦਾ। ਮੈਂ ਸਮਝਦਾ ਕਿ ਇਸ ਦਾ ਚੋਣਾਂ ਦੇ ਉੱਤੇ ਗੱਲ ਕਹਿਣ ਦਾ ਕਿ ਪ੍ਰਦਰਸ਼ਨ ਨਾ ਕਰੋ, ਕਿਉਂਕਿ ਕਰੋਨਾ ਕਰਕੇ ਤੁਹਾਡੀ ਸਿਹਤ ਖਰਾਬ ਹੋ ਸਕਦੀ ਆ। ਇਹ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਹੀ ਗੱਲ ਆ ਤੇ ਸਾਨੂੰ ਸਾਰਿਆਂ ਨੂੰ ਮੰਨਣੀ ਚਾਹੀਦੀ ਆ ਜੀ। ਦੇਖੋ, ਇਹਨਾਂ ਦੋਨਾਂ ਲੀਡਰਾਂ ਦੀ ਆਪਾਂ ਗੱਲ ਸੁਣੀ। ਸੋ ਡਾਕਟਰ ਧਰਮਵੀਰ ਗਾਂਧੀ ਨੇ ਤਾਂ ਗਗਨ ਜਿਹੜੀ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਹੈ, ਉਹ ਉਹਨਾਂ ਨੇ ਸਿਆਸੀ ਸਮੀਕਰਨ ਵੀ ਜੋੜਤਾ। ਵੀ ਬੜੀ ਪਟਿਆਲੇ ਦੇ ਵਿੱਚ ਜਿਹੜਾ ਸਿਆਸੀ ਜਿਹੜਾ ਮਾਹੌਲ ਹੈ ਉਹ ਕਿਵੇਂ ਬਦਲ ਰਿਹਾ, ਸੰਕੇਤਾਂ 'ਚ ਡਾਕਟਰ ਧਰਮਵੀਰ ਗਾਂਧੀ ਨੇ ਗੱਲ ਕਰਤੀ। ਔਰ ਗਗਨ, ਮੈਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦਾ, ਮੈਨੂੰ ਇਹ ਲੱਗਦਾ ਹੈ ਕੈਪਟਨ ਅਮਰਿੰਦਰ ਨੇ ਚੁਣੌਤੀ ਦਿੱਤੀ ਸੀ ਨਵਜੋਤ ਸਿੰਘ ਸਿੱਧੂ ਨੂੰ ਕਿ ਮੇਰੇ ਸਾਹਮਣੇ ਆ ਕੇ ਚੋਣ ਲੜੇ। ਮੈਨੂੰ ਲੱਗਦਾ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸ਼ਾਇਦ ਟੀਚਾ ਬਣਾ ਲਿਆ ਪਟਿਆਲੇ ਦਾ। ਮੈਨੂੰ ਲੱਗਦਾ ਹੈ ਕਿ ਨਵਜੋਤ ਕੌਰ ਸਿੱਧੂ ਕਾਂਗਰਸ ਦੇ ਵਿੱਚ ਜਾਂ ਪਟਿਆਲੇ ਦੇ ਲੋਕਾਂ ਦੇ ਵਿੱਚ ਅਗਲੇ MP ਦੇ ਉਮੀਦਵਾਰ ਵੀ ਹੋ ਸਕਦੇ ਨੇ, ਵਿਧਾਨ ਸਭਾ ਦੇ ਉਮੀਦਵਾਰ ਵੀ ਹੋ ਸਕਦੇ ਨੇ ਕਿਤੇ ਨਾ ਕਿਤੇ। ਮੈਨੂੰ ਇਹ ਲੱਗਦਾ ਹੈ ਪਰ ਕਿਤੇ ਇਹ ਨਾ ਹੋਵੇ ਕਿ ਕੈਪਟਨ ਅਮਰਿੰਦਰ ਚੈਲੰਜ ਸਿੱਧੂ ਨੂੰ ਕਰਦੇ ਸੀ, ਕਿਤੇ ਬੀਬੀ ਨਵਜੋਤ ਕੌਰ ਸਿੱਧੂ ਉਸ ਚੈਲੰਜ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲੇ ਰੂਪ 'ਚ ਸਵੀਕਾਰ ਕਰ ਲੈਣ ਵੀ ਮੈਂ ਤਿਆਰ ਹਾਂ ਕੈਪਟਨ ਅਮਰਿੰਦਰ ਜੀ, ਅਗਰ ਮੇਰੇ ਨਾਲ ਮੁਕਾਬਲਾ ਕਰਨਾ ਹੈ ਤੇ ਤੁਸੀਂ ਦੱਸੋ, ਤੁਹਾਨੂੰ ਇਹ ਮੇਰਾ ਸੱਦਾ ਮਨਜ਼ੂਰ ਹੈ। ਸੋ ਇਦਾਂ ਦੀ ਸਿਆਸਤ ਵੀ ਪੰਜਾਬ 'ਚ ਬਣ ਸਕਦੀ ਹੈ ਅਗਰ ਕੈਪਟਨ ਅਮਰਿੰਦਰ ਔਰ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ, ਇਹਨਾਂ ਦਾ ਆਪਸ ਦਾ ਰੇੜਕਾ ਜਿਹੜਾ ਅਗਰ ਉਹ ਨਾ ਨਿਬੜਿਆ ਤਾਂ। ਜੀ ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜਿਹੜੀ ਚਰਚਾਵਾਂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਰੇੜਕੇ ਦੇ ਵਿੱਚ ਨੇ, ਹਾਲਾਂਕਿ ਕੱਲ ਨੂੰ ਮੀਟਿੰਗ ਸੱਦੀ ਹੈ 27 ਤਰੀਕ ਨੂੰ ਜਿਹੜੀ ਬੈਠਕ ਹੋਣੀ ਹੈ। ਉਸ ਬੈਠਕ ਤੋਂ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰੇ ਇੱਕ ਬੈਠਕ ਹੋਈ ਹੈ ਕੱਲ। ਉਸ ਬੈਠਕ ਦੇ ਵਿੱਚ 10 ਵਿਧਾਇਕਾਂ ਦੇ ਅਜਿਹੇ ਨਾਮ ਸੀ ਜਿਹੜੇ ਨਾਮ ਹਜੇ ਤੱਕ ਆਪਾਂ ਨਹੀਂ ਸੀ ਸੁਣੇ ਕਿ ਇਹ ਵੀ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਤੇ ਉਹਨੂੰ ਕਿੱਦਾਂ ਵੇਖ ਰਹੇ ਹੋ, ਕਿਉਂਕਿ ਰਾਜਾ ਵੜਿੰਗ ਦਾ ਵੀ ਜ਼ਿਕਰ ਆ ਰਿਹਾ ਕਿ ਉਹ ਵੀ ਸੀ ਜਾਂ ਹੋਰ ਦੇਖੋ ਜੀ ਗਗਨ, ਦੇਖੋ ਮੈਂ ਇਹਨਾਂ ਨੂੰ ਬਾਗੀ ਨਹੀਂ ਮੰਨਦਾ। ਸੋ ਬਾਗੀ ਨਹੀਂ ਮੰਨਦਾ। ਇਹ ਜਿਹੜੇ 10 ਵਿਧਾਇਕ ਨੇ ਇਹਨਾਂ ਨੂੰ ਮੀਟਿੰਗ ਕਰਨ ਦਾ ਪੂਰਾ ਹੱਕ ਹੈ। ਅਗਰ ਸੱਤਾ 'ਚ ਬੈਠੇ ਵਿਧਾਇਕ ਆਪਸ 'ਚ ਮਿਲ ਨਹੀਂ ਸਕਦੇ, ਤੁਸੀਂ ਦੱਸੋ ਇਹਨਾਂ ਦੇ ਕੋਈ ਰੋਕ ਲੱਗੀ ਆ ਵੀ ਤੁਸੀਂ ਇੱਕ ਦੂਜੇ ਦੇ ਘਰੇ ਨਹੀਂ ਜਾਣਾ, ਆਪਸ 'ਚ ਮਿਲਣਾ ਨਹੀਂ? ਸਾਡੇ ਲੀਡਰਾਂ ਕੋਲੇ ਵਿਦੇਸ਼ੀ ਮਹਿਮਾਨ ਆ ਕੇ ਠਹਿਰਦੇ ਨੇ ਤੇ ਅਸੀਂ ਆਪਸ ਜਿਹੜੇ ਇਸ ਪੰਜਾਬੀ ਇਸ ਧਰਤੀ ਦੇ ਅਸੀਂ ਜਾਏ ਆ, ਅਸੀਂ ਇੱਕ ਦੂਜੇ ਦੇ ਘਰ ਵੀ ਨਹੀਂ ਜਾ ਸਕਦੇ। ਸੋ ਸੁਖਜਿੰਦਰ ਰੰਧਾਵੇ ਦੇ ਘਰੇ ਅਗਰ ਕੁਝ ਵਿਧਾਇਕ, ਕੁਝ ਮੰਤਰੀ ਗਏ ਨੇ ਤੇ ਜਾਣਾ ਚਾਹੀਦਾ, ਸਗੋਂ ਦੀ ਰੂਟੀਨ 'ਚ ਜਾਣਾ ਚਾਹੀਦਾ, ਆਪਸ 'ਚ ਸਲਾਹ ਮਸ਼ਵਰੇ ਕਰਨੇ ਚਾਹੀਦੇ ਨੇ ਵੀ ਅਸੀਂ ਪੰਜਾਬ ਦੀ ਤਰੱਕੀ ਲਈ ਕੀ ਕਰੀਏ। ਅਗਰ ਕੋਈ ਸਰਕਾਰ ਫੈਸਲਾ ਠੀਕ ਨਹੀਂ ਕਰ ਰਹੀ ਤੇ ਅਸੀਂ ਸਰਕਾਰ ਤੇ ਦਬਾਅ ਬਣਾਉਣ ਲਈ ਕੀ ਕਰੀਏ। ਮੈਂ ਪੂਰੀ ਵਕਾਲਤ ਕਰਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਔਰ ਲਗਾਤਾਰ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ। ਔਰ ਜਿਹੜੀ ਕੱਲ ਵੀ ਮੀਟਿੰਗ ਹੋਈ ਹੈ ਸੁਖਜਿੰਦਰ ਰੰਧਾਵਾ ਉਹਨਾਂ ਦੇ ਘਰਾਂ, ਉਹ ਕੋਈ ਗੁਪਤ ਮੀਟਿੰਗ ਨਹੀਂ ਹੈ। ਪਾਰਟੀ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਕਾਂਗਰਸ 'ਚ ਜਿਹੜਾ ਮਤਭੇਦ ਹੈ ਕੈਪਟਨ ਅਮਰਿੰਦਰ ਦੇ ਨਾਲ, ਉਸ ਮਤਭੇਦ ਦੇ ਵਿੱਚ ਅਸੀਂ ਆਪਣੀ ਗੱਲ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਕਿਵੇਂ ਕੈਪਟਨ ਅਮਰਿੰਦਰ ਉਹਨਾਂ ਨੂੰ ਇਹ ਭਰੋਸਾ ਦੇਣਾ ਹੈ, ਭਰੋਸਾ ਦਿਵਾਉਣਾ ਹੈ ਕਿ ਸੱਚਮੁੱਚ ਬੇਅਦਬੀਆਂ ਦੇ ਮੁਕੰਮਲ ਇਨਸਾਫ ਨਹੀਂ ਹੋਏ, ਬਰਗਾੜੀ ਵਾਲੇ ਮਾਮਲਾ ਮੁਕੰਮਲ ਤੌਰ ਤੇ ਨਹੀਂ ਨਿਬੜਿਆ, ਕੋਟਕਪੁਰੇ ਵਾਲਾ ਮਾਮਲਾ ਮੁਕੰਮਲ ਤੌਰ ਤੇ ਨਹੀਂ ਨਿਬੜਿਆ ਤੇ ਹੁਣ ਤਾਂ ਚੰਨੀ ਵਾਲਾ ਮਾਮਲਾ ਵੀ ਆ ਗਿਆ ਜਿਹਦੇ 'ਚ ਕੈਪਟਨ ਅਮਰਿੰਦਰ ਵਿਮਨ ਕਮਿਸ਼ਨ ਨੂੰ ਫੋਨ ਕਰਦੇ ਨੇ ਵੀ ਅਸੀਂ ਜਲਦ ਰਿਪੋਰਟ ਭੇਜਾਂਗੇ। ਔਰ ਸੋਮਵਾਰ ਨੂੰ 8ਵਾਂ ਦਿਨ ਸੀ, ਅੱਜ ਮੰਗਲਵਾਰ ਨੂੰ 9ਵਾਂ ਦਿਨ ਹੋ ਗਿਆ ਤੇ ਬੀਬੀ ਜੀ ਸਾਡੇ ਕਮਿਸ਼ਨ ਵਾਲੇ ਕਹਿੰਦੇ ਸੀ ਮੈਂ 7 ਦਿਨ ਬਾਅਦ ਧਰਨੇ ਤੇ ਬਹਿ ਜਾਊਂ। ਚਲੋ ਠੀਕ ਹੈ, ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਮੈਂ ਸੰਕੇਤਕ ਗੱਲ ਕੀਤੀ ਸੀ ਧਰਨੇ ਦੀ ਤਾਂ ਕਿ ਜਜ਼ਬਾ ਸਾਡੀਆਂ ਬੀਬੀਆਂ ਦੇ ਵਿੱਚ ਤਾਕਤ ਬਣੀ ਰਵੇ। ਉਹ ਗੱਲ ਉਹਨਾਂ ਦੀ ਸਮਝ ਆਉਂਦੀ ਹੈ ਵੀ ਸਰਕਾਰ ਨੇ ਜ਼ੁਬਾਨੀ ਭਰੋਸਾ ਦਿੱਤਾ, ਮੁੱਖ ਮੰਤਰੀ ਨੇ ਵੀ ਜਲਦ ਤੁਹਾਨੂੰ ਜਾਂਚ ਭੇਜਾਂਗੇ, ਪਰ ਹਜੇ ਜਾਂਚ ਮੁਕੰਮਲ ਨਹੀਂ ਹੋਈ। ਇਸ ਕਰਕੇ ਇਹ ਸਾਰੇ ਉਹ ਸਵਾਲ ਨੇ
ਜਿਹੜੇ ਸਾਰੇ ਵਿਧਾਇਕ ਜਦੋਂ ਕਾਂਗਰਸ ਤੇ ਇਕੱਠੇ ਹੁੰਦੇ ਨੇ ਪੁੱਛਦੇ ਨੇ ਵੀ ਸਰਕਾਰ ਹਰ ਕੰਮ ਦੇ ਵਿੱਚ ਇੰਨਾ ਅੜਿੱਕਾ, ਇੰਨਾ ਢਿੱਲਾਪਣ, ਇੰਨਾ ਰੁੱਖਾ ਵਤੀਰਾ ਕਿਉਂ ਅਪਣਾ ਰਹੀ ਹੈ। ਔਰ ਜਿਹੜੇ ਵਾਅਦੇ ਕੀਤੇ ਸੀ, ਨਸ਼ੇ ਦਾ ਲੱਕ ਤੋੜਨਾ, ਘਰ ਘਰ ਨੌਕਰੀਆਂ ਵਾਲੇ ਵਾਅਦੇ, ਸਾਰਿਆਂ ਨੂੰ ਰੁਜ਼ਗਾਰ, ਵੀ ਕਿਸਾਨ ਤੁਸੀਂ ਪਰਵਾਹ ਨਾ ਕਰੋ, ਤੁਹਾਡੇ ਸਾਰਿਆਂ ਦੇ ਕਰਜ਼ੇ ਅਸੀਂ ਮਾਫ ਕਰ ਦਿਆਂਗੇ। ਇਹ ਸਵਾਲ 10-15 ਸਵਾਲ ਉਹ ਨੇ ਜਿਹੜੇ ਪੰਜਾਬ ਦਾ ਬੱਚਾ ਗਗਨ ਇਸ ਵਕਤ ਪੁੱਛ ਰਿਹਾ ਔਰ ਪੁੱਛੂਗਾ ਆਉਣ ਵਾਲੇ ਦਿਨਾਂ 'ਚ ਕਾਂਗਰਸ ਨੂੰ। ਜਦੋਂ ਵੀ ਭਾਵੇਂ ਸਿੱਧੂ ਕਾਂਗਰਸ ਦਾ ਪ੍ਰਧਾਨ ਬਣ ਜੇ, ਭਾਵੇਂ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਬਣ ਜੇ, ਹਰ ਵਿਧਾਇਕ ਨੂੰ, ਹਰ ਕਾਂਗਰਸੀ ਲੀਡਰ ਨੂੰ ਇਹ ਸਵਾਲ ਲੋਕਾਂ ਨੇ ਪੁੱਛਣਾ ਹੀ ਪੁੱਛਣਾ ਹੈ ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ, ਉਦੋਂ ਤੁਸੀਂ ਕਾਂਗਰਸੀ ਵੀ ਵਾਅਦਾ ਕਰਦੇ ਸੀ, ਉਹ ਸਮਝਾਉਣਾ ਪਊਗਾ ਕਾਂਗਰਸ ਦੇ ਲੀਡਰਾਂ ਨੂੰ ਜਾ ਕੇ। ਸੋ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਹੱਲ ਨੇ ਇਹਨਾਂ ਮੀਟਿੰਗਾਂ 'ਚ ਵਿਚਾਰੇ ਜਾ ਰਹੇ ਨੇ ਵੀ ਅਸੀਂ ਕਰਨਾ ਕੀ ਹੈ। ਔਰ ਇਹਦੇ ਨਾਲ ਮੈਂ ਇੱਕ ਗੱਲ ਹੋਰ ਜੋੜਦਾ, ਮੈਨੂੰ ਇਹ ਲੱਗਦਾ ਕਿ ਹੁਣ ਹਾਈ ਕਮਾਂਡ ਦਾ ਦਖਲ ਆ ਗਿਆ। ਹਾਈ ਕਮਾਂਡ ਆਬਜ਼ਰਵਰ ਭੇਜ ਸਕਦੀ ਹੈ, ਗੁਲਾਮ ਨਬੀ ਆਜ਼ਾਦ ਆ ਸਕਦੇ ਨੇ, KC ਵੇਨੂਗੋਪਾਲ ਆ ਸਕਦੇ ਨੇ, ਹੋਰ ਕੋਈ ਲੀਡਰ ਆ ਸਕਦੇ ਨੇ। ਜਿਵੇਂ ਆਪਾਂ ਕਿਹਾ ਸੀ ਕਿ ਹਰੀਸ਼ ਰਾਵਤ ਸ਼ਾਇਦ, ਹੁਣ ਲੱਗਦਾ ਸੀ ਹਰੀਸ਼ ਰਾਵਤ ਆਉਣਗੇ, ਪਰ ਆਪਾਂ ਨੂੰ ਲੱਗਦਾ ਸੀ ਕਿ ਹਰੀਸ਼ ਰਾਵਤ ਤੋਂ ਨਾਖੁਸ਼ ਹੈ ਕਾਂਗਰਸ ਦੀ ਹਾਈ ਕਮਾਂਡ। ਤੁਸੀਂ ਦੇਖ ਲਓ ਹਰੀਸ਼ ਰਾਵਤ, ਉਹਨਾਂ ਦਾ ਕੋਈ ਟਵੀਟ ਨਹੀਂ ਆਇਆ ਪਬਲਿਕਲੀ। ਕੱਲ ਪਰਸੋਂ 'ਚ ਉਹਨਾਂ ਨੇ ਕੁਝ ਨਹੀਂ ਦੱਸਿਆ ਵੀ ਮੈਂ ਆ ਰਿਹਾ, ਮੈਂ ਨਹੀਂ ਆ ਰਿਹਾ, ਮੈਂ ਮੀਟਿੰਗ ਕਰਨੀ ਹੈ ਜਾਂ ਮੈਂ ਮੀਟਿੰਗ ਨਹੀਂ ਕਰਨੀ, ਕਿਉਂਕਿ ਹਰੀਸ਼ ਰਾਵਤ ਨੂੰ ਜਿਹੜਾ ਟਾਰਗੇਟ ਦਿੱਤਾ ਗਿਆ ਸੀ, ਜਿਹੜਾ ਕੰਮ ਸੌਂਪਿਆ ਗਿਆ ਸੀ ਹਰੀਸ਼ ਰਾਵਤ ਸਾਹਿਬ ਨੂੰ ਸਿੱਧੂ ਔਰ ਕੈਪਟਨ ਅਮਰਿੰਦਰ 'ਚ ਸਮਝੌਤੇ ਦਾ, ਔਰ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦੀ ਮਰਜ਼ੀ ਮੁਤਾਬਕ ਅਹੁਦੇ 'ਚ ਫਿੱਟ ਕਰਨ ਦਾ, ਭਾਵੇਂ ਡਿਪਟੀ CM ਸੀ, ਭਾਵੇਂ ਪ੍ਰਧਾਨਗੀ ਦੇ ਅਹੁਦੇ 'ਤੇ ਫਿੱਟ ਕਰਨਾ ਸੀ, ਉਹ ਹਰੀਸ਼ ਰਾਵਤ ਸਾਹਿਬ ਮੁਕੰਮਲ ਨਹੀਂ ਕਰ ਸਕੇ। ਇਸੇ ਕਰਕੇ ਜਿਹੜੀਆਂ ਸਥਿਤੀਆਂ ਨੇ ਅੱਜ ਇਸ ਨੌਬਤ ਤੇ ਪਹੁੰਚ ਗਿਆ ਕਿ ਅੱਜ ਇਹੀ ਨਹੀਂ ਪਤਾ ਕਿ ਕਾਂਗਰਸ ਦਾ ਪ੍ਰਭਾਰੀ ਕੌਣ ਹੈ। ਕਾਗਜ਼ਾਂ 'ਚ ਹਰੀਸ਼ ਰਾਵਤ ਸਾਹਿਬ ਪ੍ਰਭਾਰੀ ਨੇ, ਪੰਜਾਬ 'ਚ ਇੰਨਾ ਕੁਝ ਹੋ ਗਿਆ। ਇੱਕ ਵਿਧਾਇਕ ਕਹਿੰਦਾ ਮੈਨੂੰ ਧਮਕੀ ਦੇਤੀ ਮੁੱਖ ਮੰਤਰੀ ਦੇ ਇੱਕ ਅਧਿਕਾਰੀ ਨੇ, ਤੇ ਕਾਂਗਰਸ ਦਾ ਇੰਚਾਰਜ ਹੀ ਹੈ ਨਹੀਂ। ਉਹ ਕਲਾਸ ਦਾ ਕੀ ਹਾਲ ਹੋਊਗਾ ਜਿਹੜੀ ਕਲਾਸ ਆਪਸ 'ਚ ਲੜੀ ਜਾ ਰਹੀ ਹੈ ਤੇ ਉਹਦਾ ਮੋਨੀਟਰ ਹੈ, ਉਹਦਾ ਪਤਾ ਹੀ ਨਹੀਂ ਉਹਦਾ ਮੋਨੀਟਰ ਕਿੱਥੇ ਹੈ, ਕਹਿੰਦੇ ਘਰੇ ਗਿਆ ਸੀ ਮੁੜ ਕੇ ਹੀ ਨਹੀਂ ਆਇਆ। ਸੋ ਹਰੀਸ਼ ਰਾਵਤ ਸਾਹਿਬ ਕਾਂਗਰਸ ਦੇ ਮੋਨੀਟਰ ਸੀ, ਜਿਵੇਂ ਅਸੀਂ ਸਕੂਲਾਂ ਕਾਲਜਾਂ 'ਚ ਮੋਨੀਟਰ ਹੁੰਦੇ ਸੀ। ਤੇ ਹਰੀਸ਼ ਰਾਵਤ ਸਾਹਿਬ, ਮੈਂ ਕਹਿੰਦਾ ਅਗਰ ਬਿਮਾਰ ਨੇ ਹਰੀਸ਼ ਰਾਵਤ ਸਾਹਿਬ, ਟਵੀਟ ਕਰ ਦੇਣ ਕਿ ਮੈਂ ਬਿਮਾਰ ਹਾਂ, ਵੈਸੇ ਉਹ ਠੀਕ ਹੋ ਗਏ ਕੋਵਿਡ ਤੋਂ, ਉਹ ਟਵੀਟ ਕਰ ਦੇਣ ਮੈਨੂੰ ਕਮਜ਼ੋਰੀ ਬਹੁਤ ਹੈ, ਮੇਰੀ ਸਿਹਤ ਅਲਾਓ ਨਹੀਂ ਕਰਦੀ, ਮੈਂ ਹਜੇ ਨਹੀਂ ਆ ਸਕਦਾ, ਤਾਂ ਕਿ ਸਥਿਤੀਆਂ ਸਪਸ਼ਟ ਹੋਣ। ਪਰ ਹਾਈ ਕਮਾਂਡ ਦਖਲ ਗਗਨ ਆ ਗਿਆ, ਹਾਈ ਕਮਾਂਡ ਹੋਰ ਦਖਲ ਦੇਊਗੀ ਔਰ ਹਾਈ ਕਮਾਂਡ ਮੈਨੂੰ ਲੱਗਦਾ ਆਬਜ਼ਰਵਰ ਭੇਜੂਗੀ, ਕੱਲੇ ਵਿਧਾਇਕ ਤੋਂ ਰਾਏ ਲਊਗੀ ਔਰ ਵਿਧਾਇਕਾਂ ਦੀ ਰਾਏ ਬੜੀ ਅਹਿਮੀਅਤ ਰੱਖਦੀ ਹੋਣੀ ਹੈ। ਔਰ ਜਿਹੜੀ 27 ਦੀ ਮੀਟਿੰਗ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਹੜੀ ਕੱਲ ਮੀਟਿੰਗ ਹੋਈ ਹੈ ਸੁਖਜਿੰਦਰ ਰੰਧਾਵਾ ਔਰ ਹੋਰ ਵਿਧਾਇਕਾਂ ਦੀ, ਉਹਨਾਂ ਨੇ ਤੈਅ ਕੀਤਾ ਹੋਣਾ ਹੈ ਕਿ ਜਿਹੜੀ ਵਿਰਚੁਅਲ ਮੀਟਿੰਗ ਹੋਣੀ ਹੈ 27 ਨੂੰ, ਉਹਦੇ 'ਚ ਅਸੀਂ ਆਪਣਾ ਸਟੈਂਡ ਕੀ ਰੱਖਣਾ ਹੈ, ਕਿਹੜੇ ਇਸ਼ੂ ਹੈ ਜਿਹੜੇ ਅਸੀਂ ਕੈਪਟਨ ਸਾਹਿਬ ਕੋਲੇ ਹਾਈਲਾਈਟ ਕਰਨੇ ਨੇ, ਕਿਉਂਕਿ ਵਿਧਾਇਕ ਦਲ ਦੀ ਬੈਠਕ ਹੈ ਉਹ ਜੀ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਰੁੱਖ ਭਾਜਪਾ ਦੇ ਵੱਲ ਵੀ ਕਰਾਂਗੇ। ਭਾਜਪਾ ਦੇ ਆਗੂ ਨੇ ਸੁਰਜੀਤ ਕੁਮਾਰ ਜਿਆਣੀ, ਉਹਨਾਂ ਦਾ ਵੀ ਬਿਆਨ ਬੜੀਆਂ ਚਰਚਾਵਾਂ ਦੇ ਵਿੱਚ ਹੈ, ਜੋ ਟਿੱਪਣੀ ਉਹ ਕਿਸਾਨਾਂ ਨੂੰ ਲੈ ਕੇ ਕਰ ਗਏ। ਤੇ ਉਧਰ ਹਰਿਆਣੇ ਵਾਲੇ ਪੱਖੋਂ ਵੀ ਜਿਹੜੀ ਕਿਸਾਨਾਂ ਨੂੰ ਲੈ ਕੇ ਟਿੱਪਣੀਆਂ ਜਿਹੜੀਆਂ ਲਗਾਤਾਰ ਵਿਵਾਦਤ ਜਿਹੀਆਂ ਬਣਦੀਆਂ ਜਾ ਰਹੀਆਂ ਨੇ। ਕੀ ਲੱਗਦਾ ਹੈ ਭਾਜਪਾ ਦੇ ਸ਼ਬਦਾਂ ਦੇ ਵਿੱਚ ਏਡਾ ਫੇਰਬਦਲ ਜਿਹਾ ਕਿਉਂ ਰਹਿੰਦਾ ਹੈ, ਸ਼ਬਦਾਂ ਦੇ ਵਿੱਚ ਕਿਉਂ ਉਲਝ ਜਾਂਦੇ ਨੇ ਆਪਣੇ ਦੇ ਵਿੱਚ? ਦੇਖੋ ਗਗਨ, ਜਿਹੜੀ ਤੁਸੀਂ ਗੱਲ ਕੀਤੀ, ਇੱਥੇ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜੇ ਸੁਰਜੀਤ ਕੁਮਾਰ ਜਿਆਣੀ ਨੇ, ਉਹਨਾਂ ਦੀ ਜਿਹੜੀ ਗੱਲ ਆਈ ਹੈ ਇੱਕ ਟਿੱਪਣੀ ਦੀ, ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਤਰੀਕੇ ਦੀ ਉਦਾਹਰਣ ਮਿਸਾਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ। ਮੈਂ ਉਹ ਸ਼ਬਦ ਨਹੀਂ ਵਰਤੂਗਾ। ਸੋ ਜਿਨ੍ਹਾਂ ਨੇ ਲੋਕਾਂ ਨੇ ਉਹ ਟਿੱਪਣੀ ਸੁਣੀ ਹੈ ਸੁਰਜੀਤ ਜਿਆਣੀ ਉਹਨਾਂ ਦੀ, ਉਹ ਸਮਝ ਜਾਣਗੇ। ਜਿਨ੍ਹਾਂ ਨੇ ਨਹੀਂ ਸੁਣੀ, ਸੋ ਮੈਂ ਉਹ ਟਿੱਪਣੀ ਨਹੀਂ ਬੋਲ ਸਕਦਾ। ਪਰ ਸੁਰਜੀਤ ਜਿਆਣੀ ਉਹਨਾਂ ਦੀ ਇੱਕ ਟਿੱਪਣੀ ਆਈ ਹੈ ਕਿਸਾਨ ਅੰਦੋਲਨ ਤੇ, ਜਿਹੜੀ ਕੋਈ ਬਹੁਤੀ ਜ਼ਿਆਦਾ ਹਾਂ ਪੱਖੀ ਨਹੀਂ ਲੱਗਦੀ। ਸੋ ਉਹ ਕੋਈ ਬਹੁਤ ਜ਼ਿਆਦਾ ਟਿੱਪਣੀ ਹਾਂ ਪੱਖੀ ਨਹੀਂ ਲੱਗਦੀ। ਔਰ ਬੀਜੇਪੀ ਦੇ ਲੀਡਰਾਂ ਨੂੰ ਮੈਂ ਅੱਗੇ ਵੀ ਕਹਿਣਾ ਹੁੰਦਾ, ਕੋਈ ਵੀ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਜਿਹਦੇ ਨਾਲ ਜਿਹੜਾ ਕਿਸਾਨ ਭਾਈਚਾਰਾ ਹੈ ਉਹ ਨਾਰਾਜ਼ ਹੋ ਜੇ, ਕਿਸੇ ਸਿਆਣੇ ਪ੍ਰੋਫੈਸਰ ਤੋਂ, ਅਧਿਆਪਕ ਤੋਂ, ਕਿਸੇ ਸਲਾਹਕਾਰ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਸਾਨੂੰ ਇਹ ਬਿਆਨ ਦੇਣਾ ਚਾਹੀਦਾ। ਚਲੋ ਸੁਰਜੀਤ ਜਿਆਣੀ ਉਹਨਾਂ ਦੀ ਮੈਂ ਗੱਲ ਛੱਡਦਾ, ਸਾਬਕਾ ਮੰਤਰੀ ਨੇ। ਸੁਰਜੀਤ ਜਿਆਣੀ ਹੁਣੀ ਅਕਸਰ ਕਈ ਵਾਰੀ ਨਾ ਉਹਨਾਂ ਦਾ ਜਿਹੜਾ ਤਰਕ ਹੁੰਦਾ ਉਹ ਵੱਖਰਾ ਹੁੰਦਾ। ਸ਼ਰਾਬ ਦੇ ਉੱਤੇ ਵੀ ਇੱਕ ਵਾਰੀ ਜਦੋਂ ਮੰਤਰੀ ਸੀ ਨਾ ਸੁਰਜੀਤ ਕੁਮਾਰ ਜਿਆਣੀ, ਸਿਹਤ ਮੰਤਰੀ ਸੀ ਗਗਨ ਜੀ, ਸ਼ਰਾਬ ਬਾਰੇ ਵੀ ਸੁਰਜੀਤ ਜਿਆਣੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਿਹਦਾ ਬੜਾ ਰੌਲਾ ਪਿਆ ਸੀ। ਸੋ ਇਸ ਕਰਕੇ ਸੁਰਜੀਤ ਜਿਆਣੀ ਉਹਨਾਂ ਦੇ ਬਿਆਨਾਂ ਦਾ ਜ਼ਿਆਦਾ ਗੁੱਸਾ ਨਹੀਂ ਸਾਨੂੰ ਕਰਨਾ ਚਾਹੀਦਾ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸੁਰਜੀਤ ਕੁਮਾਰ ਜਿਆਣੀ ਜੀ ਕਈ ਵਾਰੀ ਇਹੋ ਜਿਹੇ ਬਿਆਨ ਦੇ ਦਿੰਦੇ ਨੇ ਜਿਹਨੂੰ ਸਮਝਣ 'ਚ ਸਾਨੂੰ ਸਦੀਆਂ ਲੱਗ ਸਕਦੀਆਂ ਨੇ ਵੀ ਉਹ ਬਿਆਨ ਦਾ ਕਾਰਨ ਕੀ ਸੀ, ਉਸ ਬਿਆਨ ਦਾ ਆਧਾਰ ਕੀ ਸੀ। ਮੈਨੂੰ ਤਾਂ
ਸਦੀਆਂ ਲੱਗ ਸਕਦੀਆਂ ਨੇ। ਹੋ ਸਕਦਾ ਮੈਨੂੰ ਇਸ ਜਨਮ 'ਚ ਉਹਨਾਂ ਦੇ ਬਿਆਨ ਸਮਝ ਹੀ ਨਾ ਆਉਣ ਵੀ ਸੁਰਜੀਤ ਜਿਆਣੀ ਜੀ ਅਜਿਹੇ ਬਿਆਨ ਕਿਉਂ ਦਿੰਦੇ ਨੇ। ਸ਼ਰਾਬ ਬਾਰੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਉਹ ਮੰਤਰੀ ਸੀ ਪੰਜਾਬ ਦੀ ਸਰਕਾਰ 'ਚ, ਪਰ ਉਹ ਜਿੱਤ ਨਹੀਂ ਸਕੇ ਸੀ। ਹੁਣ ਉਹ ਸਾਬਕਾ MLA ਨੇ ਸੁਰਜੀਤ ਕੁਮਾਰ ਜਿਆਣੀ। ਹੁਣ ਜਿਹੜੀ ਗੱਲ ਰਹਿ ਗਈ ਹਰਿਆਣੇ ਦੀ ਸਰਕਾਰ ਦੇ ਵਿੱਚ ਕਈ ਮੰਤਰੀ ਔਰ ਹਰਿਆਣੇ ਦੀ ਸਰਕਾਰ ਇੱਕ ਰਿਪੋਰਟ ਦੇ ਆਧਾਰ ਤੇ ਹਵਾਲਾ ਦੇ ਰਹੀ ਹੈ ਕਿ ਜਿਹੜਾ ਹਰਿਆਣੇ 'ਚ ਕੋਵਿਡ ਇੰਨਾ ਜ਼ਿਆਦਾ ਫੈਲਿਆ ਉਹਦੇ 'ਚ ਇੱਕ ਕਾਰਨ ਕਿਸਾਨ ਅੰਦੋਲਨ ਵੀ ਹੈ। ਹੁਣ ਪੂਰੇ ਮੁਲਕ 'ਚ ਜਿਹੜਾ ਕੋਵਿਡ ਫੈਲਿਆ ਉਹਦੇ ਵਿੱਚ ਕਿਹੜੇ ਕਿਹੜੇ ਕਾਰਨ ਸੀ, ਪਹਿਲਾਂ ਮੈਂ ਉਹ ਗਿਣਾ ਦਿਆਂ। ਜਿਹੜਾ ਮੁਲਕ 'ਚ ਕੋਵਿਡ ਫੈਲਿਆ ਉਹਦੇ ਵਿੱਚ ਕਾਰਨ ਸੀ ਬਿਹਾਰ 'ਚ ਚੋਣਾਂ ਹੋਈਆਂ। ਜਿਹੜਾ ਮੁਲਕ 'ਚ ਕੋਵਿਡ ਫੈਲਿਆ ਉਹਦੇ ਵਿੱਚ ਕਾਰਨ ਸੀ ਉੱਤਰ ਪ੍ਰਦੇਸ਼ ਦੀਆਂ ਪੰਚਾਇਤੀ ਚੋਣਾਂ। ਜਿਹੜਾ ਕੋਵਿਡ ਫੈਲਿਆ ਮੁਲਕ 'ਚ ਉਹਦੇ ਪਿੱਛੇ ਕਾਰਨ ਸੀ ਸਾਡੇ ਵੱਡੇ ਲੀਡਰਾਂ ਦੀਆਂ ਪੋਲੀਟੀਕਲ ਰੈਲੀਆਂ, ਭਾਵੇਂ ਉਹ ਪੱਛਮੀ ਬੰਗਾਲ 'ਚ ਸੀ, ਭਾਵੇਂ ਉਹ ਕੇਰਲਾ ਦੇ ਵਿੱਚ ਸੀ, ਭਾਵੇਂ ਉਹ ਅਸਾਮ ਦੇ ਵਿੱਚ ਸੀ। ਸਾਡੇ ਮੁਲਕ 'ਚ ਜਿਹੜੀਆਂ ਪੋਲੀਟੀਕਲ ਰੈਲੀਆਂ ਹੋਈਆਂ ਉਹ ਵੀ ਇੱਕ ਕੋਵਿਡ ਦਾ ਕਾਰਨ ਸੀ। ਪੰਚਾਇਤੀ ਚੋਣਾਂ ਲੋਕ ਮਿੰਨਤਾਂ ਕਰਦੇ ਰਹੇ, ਉੱਤਰ ਪ੍ਰਦੇਸ਼ ਦੇ ਗਗਨ ਜੀ ਅਧਿਆਪਕ ਵੀ ਸਾਡੀਆਂ ਡਿਊਟੀਆਂ ਨਾ ਲਾਓ ਪੰਚਾਇਤੀ ਚੋਣਾਂ 'ਚ, ਔਰ ਕਿੰਨੇ ਹੀ ਅਧਿਆਪਕ ਪੰਚਾਇਤੀ ਚੋਣਾਂ 'ਚ ਦੁਨੀਆ ਤੋਂ ਚਲੇ ਗਏ। ਔਰ ਆਪਾਂ ਐਡੀ ਪਵਿੱਤਰ ਸਾਡੀ ਗੰਗਾ, ਆਪਾਂ ਗੰਗਾ ਦੀ ਸਥਿਤੀ ਦੇਖੀ ਹੈ, ਕਿਵੇਂ ਗੰਗਾ ਦੇ ਵਿੱਚ ਮ੍ਰਿਤਕ ਦੇਹਾਂ ਤੈਰ ਰਹੀਆਂ ਸੀ। ਜਿਹੜੇ ਹਰਿਆਣੇ ਦੇ ਲੀਡਰ ਕਹਿੰਦੇ ਆ ਨਾ ਵੀ ਕਿਸਾਨਾਂ ਦਾ ਇੱਕ ਕਾਰਨ ਵੱਡਾ ਰਿਹਾ ਕੋਵਿਡ ਕਰਕੇ, ਕਿਉਂਕਿ ਕਿਸਾਨ ਕਹਿੰਦੇ ਅੰਦੋਲਨ 'ਚ ਜਾਂਦੇ ਸੀ, ਪਿੰਡਾਂ 'ਚ ਆਉਂਦੇ ਸੀ, ਉਹਦੇ ਕਰਕੇ ਪਿੰਡਾਂ 'ਚ ਕੋਵਿਡ ਵੱਧ ਗਿਆ। ਫਿਰ ਇਹ ਉੱਤਰ ਪ੍ਰਦੇਸ਼ ਦਾ ਵੀ ਦੱਸ ਦੇਣ ਬੀਜੇਪੀ ਵਾਲੇ ਵੀ ਉੱਤਰ ਪ੍ਰਦੇਸ਼ 'ਚ ਇੰਨਾ ਕਿਉਂ ਕੋਵਿਡ ਫੈਲਿਆ। ਫਿਰ ਇਹ ਵੀ ਦੱਸ ਦੇਣ ਕਿ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਕਿਸਾਨ ਕਿਉਂ ਨਹੀਂ ਆਕਸੀਜਨ ਦੇ ਸਿਲੰਡਰ ਮੰਗਦੇ ਨਜ਼ਰ ਆਏ। ਦਿੱਲੀ ਦੇ ਹਸਪਤਾਲਾਂ 'ਚ ਗਗਨ ਇੱਕ ਵੀ ਕਿਸਾਨ ਆਕਸੀਜਨ ਦੀ ਕਮੀ ਕਰਕੇ ਭਰਤੀ ਹੋਇਆ ਹੁੰਦਾ, ਸਾਰੇ ਮੀਡੀਆ ਨੇ ਦਿਖਾ ਦੇਣਾ ਸੀ ਵੀ ਦੇਖੋ ਇਹ ਸਿੰਘੂ ਬਾਰਡਰ ਦਾ ਕਿਸਾਨ ਹੈ, ਇਹ ਟਿੱਕਰੀ ਬਾਰਡਰ ਦਾ ਕਿਸਾਨ ਹੈ, ਤੇ ਇਹ ਉਹਨੂੰ ਬਾਰਡਰ ਤੋਂ ਅਸੀਂ ਲੈ ਕੇ ਆਏ ਹਾਂ, ਧਰਨੇ 'ਚੋਂ ਲੈ ਕੇ ਆਏ ਹਾਂ, ਇਹ ਕੋਵਿਡ ਪੇਸ਼ੈਂਟ ਨਿਕਲਿਆ ਤੇ ਇਹਦੇ ਕੋਲੇ ਆਕਸੀਜਨ ਹੈ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਕਈ ਸਾਡੇ ਚੈਨਲ ਨੇ, ਅਗਰ ਕਿਸਾਨ ਸਿੰਘੂ ਬਾਰਡਰ 'ਚ, ਟਿੱਕਰੀ ਬਾਰਡਰ 'ਚ ਬਿਮਾਰ ਹੋਏ ਹੁੰਦੇ ਤਾਂ ਕਈ ਸਾਡੇ ਚੈਨਲ ਨੇ ਉਹਨਾਂ ਨੇ ਪੂਰੇ ਕਿਸਾਨ ਅੰਦੋਲਨ ਦੇ ਕਿਸਾਨਾਂ ਦੇ ਸਵਾਲ ਖੜੇ ਕਰ ਦੇਣੇ ਸੀ। ਸੋ ਅਗਰ ਕਿਸਾਨ ਅੰਦੋਲਨ 'ਚ ਕੋਵਿਡ ਐਡੀ ਤੇਜ਼ੀ ਨਾਲ ਫੈਲਿਆ ਹੁੰਦਾ ਤੇ ਇਹ ਟੈਲੀਵਿਜ਼ਨ ਚੈਨਲਾਂ ਵਾਲਿਆਂ ਨੇ ਤਾਂ ਦਿਖਾ ਕੇ ਸ਼ਾਮ ਤੱਕ ਸਾਰੀ ਦੁਨੀਆ ਨੂੰ ਦੱਸ ਦੇਣਾ ਸੀ ਵੀ ਆਹ ਦੇਖੋ ਜੀ। ਕਿਸਾਨ ਤਾਂ ਅਪੀਲ ਕਰਦੇ ਰਹੇ ਵੀ ਤੁਹਾਡੇ ਕੋਲੋਂ ਆਕਸੀਜਨ ਨਹੀਂ ਦਿੱਤੀ ਜਾ ਰਹੀ, ਅਸੀਂ ਟਰਾਲੀ ਭੇਜ ਦਿੰਦੇ ਹਾਂ। ਅੱਜ ਚਡੂਨੀ ਸਾਹਿਬ ਦੇ ਬਿਆਨ ਸੀਗੇ, ਤੁਹਾਡੇ ਕੋਲੋਂ ਵੈਂਟੀਲੇਟਰ ਨਹੀਂ ਭੇਜੇ ਜਾ ਰਹੇ, ਜਿੱਥੇ ਭੇਜੇ ਤੁਸੀਂ ਵੈਂਟੀਲੇਟਰ ਖਰਾਬ ਨਿਕਲੇ। ਕਮਾਲ ਹੈ ਤੁਹਾਡੀ ਸਰਕਾਰ ਦੇ। ਗਗਨ ਵੈਸੇ ਹੈਰਾਨੀ ਹੁੰਦੀ ਹੈ ਸਾਡੇ ਮੁਲਕ ਦੀ, ਲੋਕਾਂ ਦਾ ਪ੍ਰਧਾਨ ਮੰਤਰੀ ਰਾਹਤ ਫੰਡ 'ਚ ਦਿੱਤਾ ਗਿਆ ਹੋਵੇ। ਇਲਜ਼ਾਮ ਕਾਂਗਰਸ ਤੇ ਲਾਉਂਦੇ ਸੀ, ਕਹਿੰਦੇ ਕਾਂਗਰਸ 'ਚ ਉੱਪਰੋਂ ਰੁਪਈਆ ਚੱਲਦਾ ਤੇ ਰਸਤੇ ਦੇ ਵਿੱਚ ਕਰਪਸ਼ਨ ਹੋ ਜਾਂਦੀ ਹੈ ਤੇ ਪਹੁੰਚਦਾ ਹੀ ਨਹੀਂ। ਰਾਜੀਵ ਗਾਂਧੀ, ਜਵਾਹਰ ਲਾਲ ਨਹਿਰੂ ਦਾ ਨਾਂ ਲੈ ਕੇ ਮਜ਼ਾਕ ਉਡਾਉਂਦੇ ਸੀ ਪੋਲੀਟੀਕਲ ਤੌਰ ਦੇ ਉੱਤੇ, ਤੇ ਤੁਹਾਡੇ ਵੈਂਟੀਲੇਟਰ ਭੇਜਿਆਂ ਦੇ ਵਿੱਚ ਹੁਣ ਤੁਸੀਂ ਆਪ ਹੀ ਜਾਂਚ ਦੇ ਹੁਕਮ ਕੀਤੇ ਆ ਵੀ ਜਾਂਚ ਕਰੋ। ਇਹਦਾ ਮਤਲਬ ਤੁਹਾਡੀ ਆਪਣੀ ਤਾਕਤ ਤੇ ਸਮਰੱਥਾ ਕਿੱਥੇ ਚਲੀ ਗਈ ਕਿ ਜਦੋਂ ਤੁਸੀਂ ਵੈਂਟੀਲੇਟਰ ਖਰੀਦੇ ਤੁਸੀਂ ਸੁਨਿਸ਼ਚਿਤ ਨਹੀਂ ਕਰ ਸਕੇ ਵੀ ਜਿਹੜੇ ਵੈਂਟੀਲੇਟਰ ਹੁਣ ਪੰਜਾਬ 'ਚ ਜਾਣੇ, ਮਹਾਰਾਸ਼ਟਰ 'ਚ ਜਾਣੇ ਨੇ, ਉਹ ਸਹੀ ਹੈ ਕਿ ਗਲਤ ਨੇ। ਸਰਕਾਰ ਨੂੰ ਵੈਂਟੀਲੇਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਘਟੀਆ ਵੈਂਟੀਲੇਟਰ ਸਪਲਾਈ ਕਰ ਗਈਆਂ, ਜਾਂਚ ਹੋ ਰਹੀ ਹੈ ਇਹਦੇ ਤੇ। ਦੇਖੋ ਕਿੱਡੀ ਵੱਡੀ ਗੱਲ ਹੈ। ਇਸ ਕਰਕੇ ਇਹ ਕਹਿ ਦੇਣਾ ਹਰਿਆਣੇ ਵਾਲਿਆਂ ਦਾ ਵੀ ਕਿਸਾਨਾਂ ਕਰਕੇ ਕੋਵਿਡ ਫੈਲ ਗਿਆ। ਕੋਵਿਡ ਜਿਹੜਾ ਫੈਲਿਆ ਹੈ ਉਹ ਪੂਰੀ ਦੁਨੀਆ 'ਚ ਫੈਲਿਆ, ਕਿ ਪੂਰੀ ਦੁਨੀਆ 'ਚ ਕਿਸਾਨ ਅੰਦੋਲਨ ਕਰਕੇ ਫੈਲ ਗਿਆ। ਨਾਲੇ ਜਦੋਂ ਕੋਵਿਡ ਦਾ ਪਹਿਲਾ ਕੇਸ ਆਇਆ ਸੀ ਗਗਨ, ਕੀ ਉਦੋਂ ਕਿਸਾਨ ਸਾਡੇ ਧਰਨੇ ਤੇ ਬੈਠੇ ਸੀ? ਜਦੋਂ ਕੋਵਿਡ ਦਾ ਪਹਿਲਾ ਕੇਸ ਆਇਆ ਸੀ ਕਿ ਸਾਡੇ ਕਿਸਾਨ ਧਰਨੇ ਤੇ ਬੈਠੇ ਸੀ। ਇਸ ਕਰਕੇ ਸਿਰਫ ਕਿਸਾਨਾਂ ਦੇ ਸਿਰ ਤੇ ਮੜ ਦੇਣਾ। ਮੈਂ ਕਿਹਾ ਅਗਰ ਕਿਸਾਨਾਂ ਕਰਕੇ ਕੋਵਿਡ ਆਇਆ, ਕਿਸਾਨ ਬਾਰ-ਬਾਰ ਦਿੱਲੀੋਂ ਪਿੰਡ ਜਾਂਦੇ ਸੀ, ਤੇ ਫਿਰ ਸਰਕਾਰ ਸਿਆਣੀ ਤਾਂ ਹੁੰਦੀ ਅਗਰ ਕਿਸਾਨਾਂ ਨੂੰ ਕਹਿੰਦੀ ਵੀ ਤੁਹਾਡੇ ਕਰਕੇ ਹੋਰ ਲੋਕਾਂ ਨੂੰ ਕੋਵਿਡ ਨਾ ਫੈਲ ਜੇ, ਆਪਾਂ ਕਾਨੂੰਨ ਮੁਲਤਵੀ ਕਰਦੇ ਹਾਂ ਅਣਮਿੱਥੇ ਸਮੇਂ ਲਈ। ਸਰਕਾਰ ਕਹਿ ਦਿੰਦੀ 2024 ਦੀਆਂ ਵੋਟਾਂ ਤੋਂ ਬਾਅਦ ਦੇਖਾਂਗੇ ਆਪਾਂ ਕਾਨੂੰਨਾਂ ਦਾ ਕੀ ਕਰਨਾ ਹੈ। ਸਾਰੇ ਬਾਰਡਰ ਖਾਲੀ ਹੋ ਜਾਣੇ ਸੀ, ਟਿੱਕਰੀ ਵੀ, ਸਿੰਘੂ ਵੀ, ਕਿਸਾਨ ਅੰਦੋਲਨ ਖਤਮ ਹੋ ਜਾਣਾ ਸੀ। ਸਰਕਾਰ ਕੋਵਿਡ ਦਾ ਬਹਾਨਾ ਮਾਰ ਕੇ ਅੰਦੋਲਨ ਖਤਮ ਕਰ ਸਕਦੀ ਸੀ, ਸਰਕਾਰ ਨੇ ਨਹੀਂ ਕੀਤਾ। ਅਸਲ 'ਚ ਕੀ ਹੈ, ਸਰਕਾਰ ਉਲਝੀ ਰਹੀ ਪੱਛਮੀ ਬੰਗਾਲ 'ਚ, ਸਰਕਾਰ ਉਲਝੀ ਰਹੀ ਦੂਜੇ ਸੂਬਿਆਂ 'ਚ, ਤੇ ਜਦੋਂ ਕੇਸ ਇੰਨੇ ਜ਼ਿਆਦਾ ਵੱਧ ਗਏ
ਫਿਰ ਸਰਕਾਰ ਨੇ ਰੈਲੀਆਂ ਵੀ ਕੈਂਸਲ ਕਰਤੀਆਂ, ਸਰਕਾਰ ਤੋਂ ਭਾਵ ਲੀਡਰਾਂ ਨੇ ਫਿਰ ਰੈਲੀਆਂ ਵੀ ਕੈਂਸਲ ਕਰਤੀਆਂ ਵੀ ਨਹੀਂ ਜੀ ਹੁਣ ਅਸੀਂ ਮੀਟਿੰਗਾਂ ਕਰਾਂਗੇ, ਹੁਣ ਅਸੀਂ ਕੋਵਿਡ ਕੰਟਰੋਲ ਕਰਾਂਗੇ। ਚਲੋ ਸ਼ੁਕਰ ਹੈ ਰੱਬ ਦਾ, ਇਹਨਾਂ ਦੇ ਯਤਨ ਜਿਹੜੇ ਬਾਅਦ ਚ ਕੀਤੇ ਉਹ ਕੰਮ ਵੀ ਆਏ। ਆ ਕੇਜਰੀਵਾਲ ਵੀ ਪਹਿਲਾਂ ਰੈਲੀਆਂ ਕਰਦਾ ਫਿਰਦਾ ਸੀ ਪੰਜਾਬ 'ਚ, ਇੱਕ ਰੈਲੀ ਕਰਕੇ ਹੈ ਮੋਗੇ 'ਚ ਬਾਘਾ ਪੁਰਾਣਾ 'ਚ, ਤੇ ਆ ਦੇਖ ਲਓ ਦਿੱਲੀ 'ਚ ਕੀ ਹਾਲ ਹੋਇਆ ਮੁੜ ਕੇ। ਸਾਡੇ ਪੰਜਾਬੀ 'ਚ ਕਹਾਵਤ ਹੈ, ਚਲੋ ਮੈਂ ਉਹਦਾ ਜ਼ਿਕਰ ਨਹੀਂ ਕਰਦਾ। ਸੋ ਕੇਜਰੀਵਾਲ ਨੂੰ ਵੀ ਹੁਣ ਸਮਝ ਜਾਣਾ ਚਾਹੀਦਾ ਹੈ ਵੀ ਇਹੋ ਜਿਹੇ ਮੌਕੇ ਤੁਹਾਨੂੰ ਵੀ ਰੈਲੀਆਂ ਨਹੀਂ ਕਰਨੀਆਂ ਚਾਹੀਦੀਆਂ। ਆਪ ਤਾਂ ਤੁਸੀਂ ਵੱਡੀਆਂ ਵੱਡੀਆਂ ਏਕੜਾਂ ਵਾਲੀਆਂ ਕੋਠੀਆਂ 'ਚੋਂ ਤੁਹਾਨੂੰ ਮਿਲਣ ਲਈ ਬੰਦੇ ਦੇ ਪਹਿਲਾਂ ਟੈਸਟ ਹੋ ਜਾਂਦੇ ਆ ਵੀ ਭਾਈ ਟੈਸਟ ਕਰਾਓ ਤਾਂ ਸੀਐਮ ਹਾਊਸ ਜਾ ਸਕਦੇ ਹੋ। ਬਿਲਕੁਲ। ਦਿੱਲੀ ਦਾ ਪਤਾ ਨਹੀਂ, ਪੰਜਾਬ ਵਾਲਿਆਂ ਨੂੰ ਤਾਂ ਇਹੀ ਹੁੰਦਾ। ਪੰਜਾਬ 'ਚ ਕੈਪਟਨ ਅਮਰਿੰਦਰ ਉਹਨਾਂ ਨਾਲ ਕਿਸੇ ਦੀ ਮੀਟਿੰਗ ਹੋਵੇ ਪਹਿਲਾਂ ਟੈਸਟ ਹੁੰਦੇ ਆ ਉਹਦੇ, ਜੇ ਕੋਈ ਬਾਹਰੋਂ ਬੰਦਾ ਮਿਲਣ ਜਾਵੇ ਕਿਸੇ ਨੂੰ ਅਪਾਇੰਟਮੈਂਟ ਮਿਲ ਜੇ। ਸੋ ਇਸ ਕਰਕੇ ਇਹ ਸਰਕਾਰਾਂ ਦੀ ਜਿਹੜੀ ਇਹ ਕਹਿ ਦੇਣਾ ਕਿ ਕੋਵਿਡ ਕਿਸਾਨਾਂ ਦੀ ਗਲਤੀ ਕਰਕੇ ਫੈਲਿਆ, ਪਿੰਡ ਦਿੱਲੀ ਆ ਰਹੇ ਸੀ ਫਿਰ ਪੰਜਾਬ ਦੇ ਪਿੰਡਾਂ 'ਚ ਆ ਜਾਂਦੇ ਸੀ ਕਿਸਾਨ, ਹਰਿਆਣੇ ਦੇ ਬਾਰਡਰ ਤੇ ਜਾਂਦੇ ਸੀ ਤੇ ਹਰਿਆਣੇ ਦੇ ਪਿੰਡਾਂ 'ਚ ਆ ਜਾਂਦੇ ਸੀ, ਫਿਰ ਯੂਪੀ ਦੇ ਪਿੰਡਾਂ 'ਚ ਕਿਵੇਂ ਹੋ ਗਿਆ, ਫਿਰ ਬਿਹਾਰ ਦੇ ਪਿੰਡਾਂ 'ਚ ਕਿਵੇਂ ਹੋ ਗਿਆ, ਪੱਛਮੀ ਬੰਗਾਲ ਦੇ ਪਿੰਡਾਂ 'ਚ ਕਿਵੇਂ ਹੋ ਗਿਆ, ਅਸਾਮ ਗੁਜਰਾਤ ਦੇ ਪਿੰਡਾਂ 'ਚ ਕਿੱਦਾਂ ਹੋ ਗਿਆ। ਗੁਜਰਾਤ 'ਚ ਦੇਖੋ ਇਹ ਵੀ ਸਵਾਲ ਪੁੱਛ ਲੈਣਾ ਚਾਹੀਦਾ ਵੀ ਗੁਜਰਾਤ ਤਾਂ ਤੁਹਾਡਾ ਆਪਣਾ ਸੂਬਾ ਹੈ, ਉੱਥੇ ਦੱਸੋ ਕੋਵਿਡ ਕਿਵੇਂ ਆ ਗਿਆ। ਸੋ ਜਿਹੜੀ ਚੀਜ਼ ਪੂਰੀ ਦੁਨੀਆ 'ਚ ਹੈ ਆਪਾਂ ਉਹਨੂੰ ਸਿਰਫ ਕਿਸਾਨਾਂ ਦੇ ਮੱਥੇ ਮੜ ਦਈਏ। ਦੇਖੋ ਇਹ ਕਾਰਨ ਹੋ ਸਕਦੇ ਆ ਕਿ ਸਿੰਘੂ ਬਾਰਡਰ ਦੇ ਨੇੜੇ, ਟਿੱਕਰੀ ਬਾਰਡਰ ਦੇ ਨੇੜੇ ਜਿਹੜੇ ਪਿੰਡ ਹੈ ਉੱਥੇ ਸਰਕਾਰ ਨੇ ਧਿਆਨ ਹੀ ਨਾ ਦਿੱਤਾ ਹੋਵੇ, ਇਹ ਕਾਰਨ ਹੋ ਸਕਦੇ ਆ। ਬਿਲਕੁਲ। ਹਾਂ ਇਹ ਵੀ ਹੋ ਸਕਦਾ ਵੀ ਕੋਈ ਕਿਸਾਨ ਬਿਮਾਰ, ਹੁਣ ਕਿਸਾਨ ਗਗਨ ਕਿਸਾਨ ਰੱਬ ਤੋਂ ਕੋਈ ਖਾਸ ਸਰਟੀਫਿਕੇਟ ਥੋੜੀ ਲੈ ਕੇ ਆਏ ਵੀ ਕਿਸਾਨਾਂ ਨੂੰ ਕੋਵਿਡ ਨਹੀਂ ਹੋ ਸਕਦਾ। ਤੇ ਜੇ ਕਿਸੇ ਕਿਸਾਨ ਨੂੰ ਕੋਵਿਡ ਹੋ ਗਿਆ ਤੇ ਉਹਨੂੰ ਇਲਾਜ ਦੇਣਾ ਵੀ ਸਰਕਾਰ ਦਾ ਫਰਜ਼ ਹੈ। ਇਸ ਕਰਕੇ ਇਲਜ਼ਾਮ ਇੱਕ ਧਿਰ ਤੇ ਨਹੀਂ ਲੱਗਣਾ ਚਾਹੀਦਾ। ਕੋਵਿਡ ਹੋਣ ਦਾ ਮਤਲਬ ਹੈ ਕਿ ਇਹ ਸਰਕਾਰਾਂ ਦੀ ਕਮਜ਼ੋਰੀ ਰਹੀ, ਸਰਕਾਰਾਂ ਫੇਲ ਹੋਈਆਂ ਨੇ, ਪਹਿਲੀ ਜ਼ਿੰਮੇਵਾਰੀ ਸਰਕਾਰਾਂ ਦੀ ਸੀ। ਬਿਲਕੁਲ। ਲੋਕਾਂ ਨੂੰ ਆਪਣੇ ਪੱਧਰ ਤੇ ਧਿਆਨ ਰੱਖਣ ਦੀ ਲੋੜ ਹੈ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ। ਲੋਕਾਂ ਦੀ ਵੀ ਗਲਤੀ ਹੈ, ਪਰ ਆਪਾਂ ਇਹ ਕਹਿ ਦਈਏ ਵੀ ਇਕੱਲੇ ਕਿਸਾਨਾਂ ਦੀ ਗਲਤੀ ਹੈ, ਉਹ ਗਲਤ ਹੈ। ਲੋਕਾਂ 'ਚ ਅਸੀਂ ਸਾਰੇ ਆ ਜਾਂਦੇ ਹਾਂ, ਫਿਰ ਉਹ 'ਚ ਅਸੀਂ ਕਿਸਾਨ ਵੀ ਆ ਜਾਂਦੇ ਹਾਂ, ਲੀਡਰ ਵੀ ਆ ਜਾਂਦੇ ਹਾਂ, ਉਹ 'ਚ ਅਫਸਰ ਵੀ ਆ ਜਾਂਦੇ ਨੇ, ਜੱਜ ਵੀ ਆ ਜਾਂਦੇ ਨੇ, ਉਹ 'ਚ ਪੁਲਿਸ ਵੀ ਆ ਜਾਂਦੀ ਹੈ। ਪੁਲਿਸ ਵਾਲੇ ਵੀ ਸਾਡੇ ਹੁਣ ਮਾਸਕ ਪਾਉਣ ਲੱਗੇ ਨੇ ਗਗਨ, ਜਦੋਂ ਇੰਨੇ ਸ਼ਹੀਦ ਹੋ ਗਏ। ਪਹਿਲਾਂ ਪੁਲਿਸ ਵਾਲੇ ਵੀ ਸਾਡੇ ਕਈ ਨਾਕਿਆਂ ਤੇ ਖੜੇ ਬਿਨਾਂ ਮਾਸਕ ਤੋਂ ਖੜੇ ਹੁੰਦੇ ਸੀ ਦੇਸ਼ ਭਰ 'ਚ। ਸੋ ਸਮੇਂ ਦੇ ਨਾਲ ਲੋਕ ਸਥਿਤੀਆਂ ਨੂੰ ਨਿਬੜਨਾ ਸਮਝੇ। ਤੇ ਡੱਲਾ ਸਾਹਿਬ ਇੱਕ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਜ਼ਿਕਰ ਲਗਾਤਾਰ ਚੱਲਦਾ ਪਿਆ ਸੀ, ਹੁਣ ਪੰਜਾਬ ਦੇ ਵਿੱਚੋਂ ਵੀ ਪ੍ਰੈਸ ਕਾਨਫਰੰਸ ਬੀਤੇ ਦਿਨ ਆਮ ਆਦਮੀ ਪਾਰਟੀ ਕਰਦੀ ਹੈ, ਉਹਨਾਂ ਨੇ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਉਹਦਾ ਨਾਮ ਰੱਖਿਆ ਹੈ ਆਪ ਦੇ ਡਾਕਟਰ। ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਇੱਕ ਨੰਬਰ ਵੀ ਉਹਨਾਂ ਨੇ ਜਾਰੀ ਕਰਤਾ ਕਿ ਜੇਕਰ ਤੁਹਾਨੂੰ ਬਲੈਕ ਫੰਗਸ ਜੋ ਚੱਲ ਰਹੀ ਹੈ, ਜੇਕਰ ਇਹਦੀ ਦਿੱਕਤ ਹੈ ਜਾਂ ਕਰੋਨਾ ਦੀ ਦਿੱਕਤ ਹੈ, ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਹਾਨੂੰ ਫ੍ਰੀ ਦੇ ਉੱਤੇ ਜਿਹੜੀ ਸਹਾਇਤਾ ਉਹ ਦਿੱਤੀ ਜਾਊਗੀ। ਕੀ ਲੱਗਦਾ ਕਿ ਜਿਹੜਾ ਕੰਮ ਚਲੋ ਦੇਰ ਆਏ ਦਰੁਸਤ ਆਏ, ਪਰ ਇਹ ਕੰਮ ਕਿਤੇ ਪਹਿਲਾਂ ਜਿਹੜੀਆਂ ਮੁਹਿੰਮਾਂ ਚੱਲ ਪੈਂਦੀਆਂ ਤਾਂ ਜਿੰਨੀ ਹੁਣ ਤੱਕ ਪੰਜਾਬ ਦੇ ਵਿੱਚੋਂ ਲੋਕ ਇਸ ਦੁਨੀਆ ਤੋਂ ਗਏ ਨੇ ਬਚ ਸਕਦੇ ਸੀ। ਬਿਲਕੁਲ, ਇਹ ਸਮੇਂ ਸਿਰ ਮੁਹਿੰਮਾਂ ਚੱਲ ਜਾਂਦੀਆਂ ਬਹੁਤ ਫਰਕ ਪੈਣਾ ਸੀ। ਚਲੋ ਹਜੇ ਵੀ ਕੋਵਿਡ ਮੁਕੰਮਲ ਤੌਰ ਤੇ ਖਤਮ ਨਹੀਂ ਹੋਇਆ। ਅਗਰ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਕੋਈ ਹੋਰ ਪਾਰਟੀ ਹੈ, ਅਗਰ ਇਸ ਤਰੀਕੇ ਦੀ ਮੁਹਿੰਮ ਸ਼ੁਰੂ ਕਰ ਰਹੇ ਨੇ ਗਗਨ, ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ, ਹਰ ਸੰਭਵ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਇਹਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ, ਔਰ ਮੈਂ ਚਾਹੂੰਗਾ ਆਮ ਆਦਮੀ ਪਾਰਟੀ ਦੇ ਇਹ ਸ਼ਬਦ ਜ਼ਰੂਰ ਸੁਣਾਓ। ਔਰ ਉਧਰ ਅਕਾਲੀ ਦਲ ਦੇ ਵੀ ਰਿਐਕਸ਼ਨ ਨੇ ਕਿ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਹੈ ਕਿ ਅੱਜ ਅਸੀਂ ਉਹ ਵੀ ਝੰਡੇ ਲਹਿਰਾਉਣਗੇ। ਸੋ ਇੱਕ ਵਾਰੀ ਪੋਲੀਟੀਕਲ ਬਿਆਨ ਨੇ ਜਿਹੜੇ ਵੱਖ-ਵੱਖ ਅਖੀਰ ਦੇ ਵਿੱਚ ਗਗਨ ਇੱਕ ਵਾਰੀ ਉਹ ਜ਼ਰੂਰ ਸਾਰਿਆਂ ਦੇ ਜ਼ਰੂਰ ਸਾਂਝੇ ਕਰ। ਪੰਜਾਬ ਉਡੀਕਦਾ, ਪੰਜਾਬ ਦੀ ਕਿਸਾਨੀ ਉਡੀਕਦੀ, ਕਦ ਚੱਲੂ ਪੰਜਾਬ ਖੁਦ ਮੁਖਤਿਆਰੀ ਦੀ ਰਾਹ, ਬਾਬੇ ਨਾਨਕ ਦੀ ਦੱਸੀ ਹੋਈ ਰਾਹ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸੰਵਾਰੀਏ। ਉਹ ਰਾਹ ਪਿਛਲੇ 20-25 ਸਾਲਾਂ ਤੋਂ ਵੱਧ ਰਿਹਾ ਕਰਜ਼, ਘਟ ਰਹੀ ਆਮਦਨ ਤੇ ਘਟ ਰਹੀ ਉਪਜ ਪੰਜਾਬ ਦੇ ਹਰ ਛੋਟੇ ਤੇ ਵੱਡੇ ਕਿਸਾਨ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਰਹੀ ਹੈ। ਇੱਜ਼ਤ ਦੀ ਰੋਟੀ ਦਾ ਸੰਘਰਸ਼। ਪੰਜਾਬ ਅੱਜ 3 ਕਾਲੇ ਕਾਨੂੰਨਾਂ ਖਿਲਾਫ ਲੜ ਰਿਹਾ ਹੈ, ਜੋ ਪੰਜਾਬ ਦੀ ਡੁੱਬਦੀ ਕਿਸਾਨੀ ਨੂੰ ਬਿਲਕੁਲ ਹੀ ਖਤਮ ਕਰਨ ਵਾਸਤੇ ਲਿਆਂਦੇ ਗਏ ਹਨ, ਬਦ ਨਾਲੋਂ ਬੱਤਰ ਬਣਾਉਣ ਦੇ ਲਈ ਲਿਆਂਦੇ ਗਏ ਹਨ। ਛੋਟੇ ਵਪਾਰੀ
ਤੇ ਮਜ਼ਦੂਰ ਦੇ ਪੇਟ ਦੇ ਉੱਤੇ ਲੱਤ ਮਾਰਨ ਵਾਸਤੇ, ਉਹਦੀ ਰੋਟੀ ਦੇ ਉੱਤੇ ਲੱਤ ਮਾਰਨ ਵਾਸਤੇ ਲਿਆਂਦੇ ਗਏ ਹਨ। ਜੇ ਖੇਤੀ ਕਾਨੂੰਨ ਰੱਦ ਨਾ ਹੋਏ, MSP ਨੂੰ ਹੋਰ ਫਸਲਾਂ, ਸਬਜ਼ੀਆਂ, ਫਰੂਟ, ਦਾਲਾਂ ਦੇ ਉੱਤੇ, ਆਇਲ ਸੀਡਾਂ ਦੇ ਉੱਤੇ ਕਿਸਾਨਾਂ ਨੂੰ ਦੇ ਕੇ ਸਰਕਾਰੀ ਖਰੀਦ ਨਾ ਹੋਈ, ਕਿਸਾਨਾਂ ਹੱਥ ਸਟੋਰੇਜ ਨਾ ਦਿੱਤਾ ਗਿਆ ਤੇ ਕਿਸਾਨੀ ਤੇ ਵਾਧਾ ਕਰਜ਼ਾ ਖਤਮ ਨਾ ਹੋਇਆ ਤੇ ਪੰਜਾਬ ਨਹੀਂ ਉੱਠਣਾ। ਪੰਜਾਬ ਦੀ ਤਰੱਕੀ ਦੀ ਹਰ ਰਾਹ ਕਿਸਾਨੀ ਤੋਂ ਹੀ ਹੋ ਕੇ ਜਾਂਦੀ ਹੈ। ਇੱਕ ਕਾਲਾ ਝੰਡਾ ਮੇਰੇ ਘਰ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਤੇ ਇਸ ਕਿਸਾਨ ਮਾਰੂ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ। ਤੇ ਜਦ ਤੱਕ ਇਸ ਸਿਸਟਮ ਨੂੰ ਬਦਲਾਂਗੇ ਨਹੀਂ, ਤਦ ਤੱਕ ਇਹ ਝੰਡਾ ਉਤਰੇਗਾ ਨਹੀਂ। ਤੇ शिवावर मोहे है शुभ कर्मंते कबहू न डरूं अरिसूं जब लाही लड़ूं निश्चय कर अपनी जीत करूं। देह शिवावर मोहे है शुभ कर्मंते कबहू न डरूं। जो इस आंदोलन में आप संपूर्णता से भागीदार बने हुए हैं, आप पूरे हरियाणा वासी जो लड़ रहे हैं उसके लिए आपके आभारी हैं, आपके धन्यवादी हैं और उम्मीद करेंगे कि इस आंदोलन में आप आगे भी ऐसे ही हिस्सेदार बनते रहेंगे, ऐसे ही इस आंदोलन को उठाते रहेंगे। आपको बधाई देना चाहूँगा कि आज हरियाणा जो है वो देश में नंबर 1 पर आज आंदोलन से जुड़ा हुआ है। नंबर 1 पर आज अगर कहीं आंदोलन है वो हरियाणा में है। और कल के लिए मैं आपसे बेनती करना चाहूँगा कि कल बुद्ध पूर्णिमा है और कल हमने जो है वो एक मोदी विरोध प्रदर्शन करना है। सारे काले झंडे लगाने हैं गाड़ियों पे, छतों पे। और साथियों, इसको काला दिवस नहीं बोलना, प्लीज काला दिवस नहीं बोलना, क्योंकि कल बुद्ध पूर्णिमा है। कल बुद्ध पूर्णिमा है और कल इस आंदोलन को चलते 6 महीने हो जाएंगे, इस अब मोदी सरकार को चलते 7 साल हो जाएंगे। लेकिन इसको कल काला दिवस ना बोलने और जितने हमारे धरने जहाँ जहाँ भी पूरे देश में चल रहे हैं, हम उनसे बेनती करेंगे कि वो सुबह महात्मा बुद्ध की मूर्ति लगाएं और उस पर फूलमाला अर्पित करें, क्योंकि महात्मा बुद्ध को इस दिन ज्ञान प्राप्त हुआ था और वो भी गरीबों के लिए लड़े थे। और उनकी याद में हम इस लड़ाई को और तेज करें, उनका आशीर्वाद लेके इस लड़ाई को और तेज करें और उनका आशीर्वाद लेने के बाद हम अपना प्रदर्शन शुरू करें। और सब जो हमारे मंच हैं उन मंचों के ऊपर भी हम इसी तरह से जो महात्मा बुद्ध की मूर्ति पे माला अर्पण करेंगे और उनका आशीर्वाद लेके, क्योंकि वो भी गरीबों के लिए लड़ते रहे हैं, उनका आशीर्वाद लेके अब जो है वो आगे बढ़ते रहेंगे। कैप्टन साहब, ਤੁਸੀਂ ਆਪਣੇ ਚੋਣ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਅਸੀਂ ਜਿੰਨੇ ਕੰਟਰੈਕਚੁਅਲ EMPLOYEES ਹੈ ਸਾਰਿਆਂ ਨੂੰ ਪੱਕਾ ਕਰਾਂਗੇ। ਆ ਤੁਸੀਂ ਵਾਅਦਾ ਸੀ, ਤੁਸੀਂ ਜਿਹਦੇ ਕਰਕੇ ਜਿਸ ਵਾਅਦੇ ਨਾਲ ਤੁਸੀਂ ਮੁੱਖ ਮੰਤਰੀ ਬਣੇ ਹੋ। ਅੱਜ ਪੰਜਾਬ ਦੇ ਹਰ ਮਿਊਨਿਸਪਲ ਕਾਰਪੋਰੇਸ਼ਨ ਵਿੱਚ ਕਮੇਟੀ ਵਿੱਚ ਜਿਹੜੇ ਸਫਾਈ ਮਜ਼ਦੂਰ ਧਰਨੇ ਤੇ ਹੈ। ਕਿਉਂ ਹੈ? ਕਿਉਂਕਿ 4 ਸਾਲ ਲਾਰਾ ਲਾਉਂਦੇ ਰਹੇ ਮੁੱਖ ਮੰਤਰੀ, 4 ਸਾਲ ਲਾਰੇ ਲਾਉਂਦੇ ਰਹੇ। ਜਿਹੜੇ ਕਰਮਚਾਰੀ दिन रात मेहनत करके सारा गंद शहर का इकट्ठा करके अपनी जाना नूं डेंजर च पा के और करते हैं, उन्होंने इन्होंने परवाह ही नहीं की। ते अज पूरे सूबे विच सफाई कर्मचारी अपने धरने ते। मैं बेनती करता मुख्यमंत्री जी नूं, इमीजिएटली कोविड का वेला बीमारी फैल रही है, उन्होंने इमीजिएटली सफाई कर्मचारी सारी टीम ਨੂੰ ਬੁਲਾਉਣਾ ਚਾਹੀਦਾ ਤੇ ਉਹਨਾਂ ਨੂੰ ਪੱਕੇ ਕਰਕੇ ਐਜੀਟੇਸ਼ਨ ਨੂੰ ਖਤਮ ਕਰਨਾ ਚਾਹੀਦਾ। ਨਹੀਂ ਤਾਂ ਬਹੁਤ ਵੱਡਾ ਹੋਰ ਵੱਡਾ ਨੁਕਸਾਨ ਆਪਣੇ ਸੂਬੇ ਦਾ ਹੋ ਸਕਦਾ ਹੈ। ਮੁੱਖ ਮੰਤਰੀ ਦਾ ਕੋਈ ਪਲਾਨ ਨਹੀਂ। ਜਦੋਂ ਜੰਗ ਲੜੀ ਨਾ ਜਨਰਲ ਹੁੰਦਾ ਫੌਜ ਦਾ, ਪੂਰੀ ਪਲੈਨਿੰਗ ਨਕਸ਼ੇ ਤੇ ਪੂਰੀ ਪਲੈਨਿੰਗ ਹੁੰਦੀ ਹੈ ਕਿ ਇੱਕ ਮਿੰਟ ਦਾ ਕੀ ਪ੍ਰੋਗਰਾਮ ਹੋਊਗਾ। ਪੰਜਾਬ ਸਰਕਾਰ ਨੂੰ ਅਗਲੇ 6 ਮਹੀਨੇ ਦਾ ਨਹੀਂ ਪਤਾ ਕਰਨਾ ਕੀ ਹੈ। ਮੈਂ ਤਾਈਓ ਉਹਨਾਂ ਨੂੰ ਅੱਜ ਮੈਂ ਗੱਲ ਕੀਤੀ ਹੈ ਕਿ 6 ਮਹੀਨੇ 'ਚ मैं कहना 6 महीने पंजाब वैक्सीनेट हो सकता है। जे बंबई तुसीं ऐ करो, टेलीफोन करो या इंटरनेट से चेक करो, बंबई म्यूनसिपल कॉरपोरेशन ने वैक्सीन भी इंतजाम कर लिया 600 करोड़ अटकड़। तो उन्होंने प्लान है कि 6 महीने के अंदर असीं पूरे बंबई म्यूनसिपल कॉरपोरेशन की आबादी पंजाब जिन्नी है। ਸੋ ਬਿਲਕੁਲ ਇਹ ਵੱਖ-ਵੱਖ ਜੋ ਗਤੀਵਿਧੀਆਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਹੋਈਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਸਿਆਸਤ ਇਹਨਾਂ ਗਤੀਵਿਧੀਆਂ ਦੇ ਆਲੇ ਦੁਆਲੇ ਹੀ ਘੁੰਮਣੀਆਂ।
ਸੋ ਵੇਖਦੇ ਹਾਂ ਕਿ ਅੱਜ ਦਾ ਕਿਸਾਨਾਂ ਦਾ ਕਾਲਾ ਦਿਹਾੜਾ ਕਿਸ ਤਰ੍ਹਾਂ ਦਾ ਰੰਗ ਵਿਖਾ ਕੇ ਜਾਂਦਾ ਹੈ ਤੇ ਸਰਕਾਰ ਦੀ ਆਖਰਕਾਰ ਨੀਂਦ ਇਹਨਾਂ ਕਾਲੇ ਝੰਡਿਆਂ ਨੂੰ ਵੇਖਣ ਤੋਂ ਬਾਅਦ ਖੁੱਲਦੀ ਆ ਜਾਂ ਨਹੀਂ, ਇਹ ਵੀ ਚਰਚਾਵਾਂ ਦਾ ਵਿਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਰਹੇਗਾ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਗਗਨ ਜੀ। ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਕਿਸਾਨ ਮੋਰਚਾ ਬੈਠਕ ਵੀ ਕਰੂਗਾ, ਕਿਉਂਕਿ ਸਰਕਾਰ ਨੂੰ ਕੱਲ ਸ਼ਾਮ ਤੱਕ ਦਾ ਅਲਟੀਮੇਟਮ ਸੀ। ਮੈਨੂੰ ਲੱਗਦਾ ਅੱਜ ਕਿਸਾਨ ਮੋਰਚੇ ਦੇ ਆਗੂ ਬੈਠਕ ਕਰਕੇ ਸੰਘਰਸ਼ ਦੇ ਅਗਲੇ ਜਿਹੜਾ ਪੜਾਅ ਹੈ ਉਹਦਾ ਐਲਾਨ ਕਰਨਗੇ। ਹਜੇ ਵੀ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਨਾਲ ਮਿਲ ਕੇ ਆਪਸੀ ਭਾਈਚਾਰੇ ਨਾਲ, ਆਪਸੀ ਸਹਿਮਤੀ ਨਾਲ ਕਿਸੇ ਨਤੀਜੇ ਤੇ ਪਹੁੰਚਿਆ ਜਾਵੇ ਤੇ ਸਥਿਤੀਆਂ ਜਿਹੜੀਆਂ ਨੇ ਉਹ ਚੰਗੀਆਂ ਬਣਾ ਕੇ ਰੱਖੀਆਂ ਜਾਣ। ਗਗਨ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ